ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ students. In previous lecture we discussed the second chapter of political science, federalism. In that lecture we discussed what is federalism, what are the key features of federalism, what are the kinds of federalism, and what things that make the India a federalism country. So today once again we continue read our lesson, and in this chapter we read today how federalism is practiced, language policy, center-state relations, decentralization, basic idea behind decentralization, amending the constitution, and local governments in rural area, local governments in urban areas, and problem faced by the local governments. So let's start our topic. Before watching the video, keep a pen, copy and book to near you. Here are the some difficult words in the lesson, and I wrote the meaning of that words for your convenience. You can write the meaning on your book with pencils. So yesterday we finish our lecture by discussing two types of federalism. The two types of federalism is coming together federalism and holding together federalism. Today we discuss the difference between both types. The first difference is independent states coming together on their own to form bigger unit. ਕਿ ਇਸ ਦੇ ਵਿੱਚ ਕਮਿੰਗ ਟੂਗੈਦਰ ਜੋ ਆਪਣੇ ਆਪ ਇਕੱਠੀਆਂ ਹੁੰਦੀਆਂ ਅਜਿਹੀ ਫੈਡਰਲਿਜ਼ਮ ਦੇ ਵਿੱਚ ਕੁਝ ਆਜ਼ਾਦ ਸਟੇਟਸ ਆਜ਼ਾਦ ਰਾਜ ਆਪਣੀ ਮਰਜ਼ੀ ਦੇ ਨਾਲ ਇੱਕ ਵੱਡਾ ਯੂਨਿਟ ਇਕਾਈ ਬਣਾਉਣ ਵਾਸਤੇ ਇਕੱਠੇ ਹੁੰਦੇ ਨੇ। ਸੈਕਿੰਡ ਟਾਈਪ 'ਤੇ ਕੀ ਆ ਜਾਂਦਾ ਸਾਡੇ ਕੋਲ ਲਾਰਜ ਹੋਲਡਿੰਗ ਟੂਗੈਦਰ ਵਾਲੀ ਸਾਈਡ 'ਤੇ ਲਾਰਜ ਕੰਟਰੀ ਡਿਸਾਈਡ ਟੂ ਡਿਵਾਈਡ ਪਾਵਰ ਬਿਟਵੀਨ ਕੌਨਸਟੀਟਿਊਸ਼ਨਲ ਯੂਨਿਟ ਐਂਡ ਸੈਂਟਰਸ ਕਿ ਇਸ ਦੇ ਵਿੱਚ ਇੱਕ ਵੱਡੇ ਦੇਸ਼ ਵੱਲੋਂ ਫੈਸਲਾ ਕੀਤਾ ਜਾਂਦਾ ਕਿ ਮੈਂ ਆਪਣੀਆਂ ਪਾਵਰਸ ਸ਼ਕਤੀਆਂ ਕੌਨਸਟੀਟਿਊਸ਼ਨਲ ਯੂਨਿਟ ਜੋ ਮੇਰੇ ਦੇਸ਼ ਦੀਆਂ ਸੰਵਿਧਾਨਿਕ ਇਕਾਈਆਂ ਨੇ ਮਤਲਬ ਹੋਰ ਗੌਰਮੈਂਟਸ ਨੇ ਜੋ ਸੰਵਿਧਾਨ ਦੇ ਅਨੁਸਾਰ ਕੌਨਸਟੀਟਿਊਸ਼ਨ ਦੇ ਅਨੁਸਾਰ ਕੰਮ ਕਰ ਰਹੀਆਂ ਨੇ ਉਸ ਦੇ ਵਿਚਕਾਰ ਅਤੇ ਕੇਂਦਰ ਸਰਕਾਰ ਸੈਂਟਰ ਦੇ ਵਿਚਕਾਰ ਪਾਵਰਸ ਨੂੰ ਡਿਵਾਈਡ ਕਰ ਲਿਆ ਜਾਵੇ। ਸੈਕਿੰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਇਨਕਰੀਜ਼ ਸਿਕਿਉਰਿਟੀ ਬਾਏ ਪੂਲਿੰਗ ਸੋਵਰਨਟੀ ਐਂਡ ਰਿਟੇਨਿੰਗ ਆਈਡੈਂਟੀਟੀ ਕਿ ਇਸ ਦੇ ਵਿੱਚ ਵੱਖਰੀਆਂ ਵੱਖਰੀਆਂ ਸਟੇਟਸ ਆਪਣੀ ਪ੍ਰਭੂ ਸੱਤਾ ਦਾ ਤਿਆਗ ਕਰਕੇ ਆਪਣੀ ਸਰਵ ਉੱਚਤਾ ਦਾ ਤਿਆਗ ਕਰਕੇ ਆਪਣੀ ਪਹਿਚਾਣ ਬਣਾਈ ਰੱਖਦੀਆਂ ਨੇ ਇਕੱਠੇ ਹੋ ਕੇ। ਸੈਂਟਰ ਇਜ਼ ਮੋਰ ਪਾਵਰਫੁਲ ਵਿਦ ਦਾ ਸਟੇਟਸ ਕਿ ਇਸ ਦੇ ਵਿੱਚ ਸੈਂਟਰ ਔਰ ਸਟੇਟ ਗੌਰਮੈਂਟ ਦੋਨੋਂ ਇੱਕੋ ਜਿਹੀਆਂ ਪਾਵਰਫੁਲ ਨਹੀਂ ਹੁੰਦੀਆਂ। ਸੈਂਟਰ ਗੌਰਮੈਂਟ ਦੇ ਕੋਲ ਸਟੇਟ ਗੌਰਮੈਂਟ ਤੋਂ ਜ਼ਿਆਦਾ ਪਾਵਰਸ ਹੁੰਦੀਆਂ ਨੇ, ਇਸ ਤਰ੍ਹਾਂ ਸੈਂਟਰ ਗੌਰਮੈਂਟ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਥਰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਆਲ ਕੰਸਟੀਟਿਊਐਂਟ ਸਟੇਟਸ ਹੈਵ ਇਕੁਅਲ ਪਾਵਰਸ ਕਿ ਇਸ ਦੇ ਵਿੱਚ ਜਿੰਨੀਆਂ ਵੀ ਸਟੇਟਸ ਹੁੰਦੀਆਂ ਨੇ ਸਾਰਿਆਂ ਦੇ ਕੋਲ ਇੱਕੋ ਜਿਹੀਆਂ ਬਰਾਬਰ ਪਾਵਰਸ ਸ਼ਕਤੀਆਂ ਹੁੰਦੀਆਂ ਨੇ, ਸਾਰਿਆਂ ਨੂੰ ਬਰਾਬਰ ਸ਼ਕਤੀ ਦੀ ਵੰਡ ਕੀਤੀ ਜਾਂਦੀ ਹੈ। ਕੌਨਸਟੀਟਿਊਐਂਟ ਯੂਨਿਟਸ ਆਫ ਫੈਡਰੇਸ਼ਨ ਹੈਵ ਅਨਇਕੁਅਲ ਪਾਵਰਸ ਜਦ ਕਿ ਹੋਲਡਿੰਗ ਟੂਗੈਦਰ ਦੇ ਵਿੱਚ ਅਜਿਹਾ ਨਹੀਂ ਹੁੰਦਾ। ਉਸ ਦੇ ਵਿੱਚ ਜਿੰਨੀਆਂ ਵੀ ਕੌਨਸਟੀਟਿਊਐਂਟ ਹਲਕੇ ਨੇ ਜਿੰਨੀਆਂ ਵੀ ਲੋਕਲ ਗੌਰਮੈਂਟਸ ਨੂੰ ਸ਼ਕਤੀਆਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਸਟੇਟਸ ਨੇ ਜਾਂ ਲੋਕਲ ਗੌਰਮੈਂਟਸ ਨੇ ਸਾਰੀਆਂ ਪਾਵਰਸ ਹਰ ਇੱਕ ਸਟੇਟ ਦੇ ਵਿੱਚ ਇਕੁਅਲ ਨਹੀਂ ਹੁੰਦੀਆਂ। ਜਿਵੇਂ ਅਸੀਂ ਕੱਲ੍ਹ ਜੰਮੂ ਕਸ਼ਮੀਰ ਦੀ ਐਗਜ਼ਾਮਪਲ ਲੈਂਦੇ ਪਏ ਸੀ ਉਸ ਦੇ ਵਿੱਚ ਅਸੀਂ ਲਾਸਟ ਡਿਸਕਸ ਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਹੁਣ ਜੋ ਸਪੈਸ਼ਲ ਸਟੇਟਸ ਮਿਲਿਆ ਸੀ ਉਸ ਸਟੇਟ ਨੂੰ ਉਹ ਖਤਮ ਕਰ ਦਿੱਤਾ ਗਿਆ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਸਾਡੀਆਂ ਸਾਰੀਆਂ ਸਟੇਟਸ ਨੇ ਉਹਨਾਂ ਕੋਲ ਇਕੁਅਲ ਰਾਈਟਸ ਇਕੁਅਲ ਪਾਵਰਸ ਨੇ। ਨੋ, ਹੁਣ ਵੀ ਸਾਡੇ ਇੰਡੀਆ ਦੇ ਵਿੱਚ ਯੂਨੀਅਨ ਟੈਰੀਟਰੀਜ਼ ਮੌਜੂਦ ਨੇ ਔਰ ਯੂਨੀਅਨ ਟੈਰੀਟਰੀਜ਼ ਨੂੰ ਉਹ ਸਾਰੇ ਰਾਈਟਸ ਉਹ ਸਾਰੀਆਂ ਪਾਵਰਸ ਨਹੀਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਜੋ ਇੱਕ ਇੰਡੀਪੈਂਡੈਂਟ ਸਟੇਟਸ ਦੇ ਕੋਲ ਹੁੰਦੀਆਂ ਨੇ। ਸੋ ਫਸਟ ਸਾਈਡ 'ਤੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸਾਨੂੰ USA, ਸਵਿਟਜ਼ਰਲੈਂਡ ਐਂਡ ਆਸਟ੍ਰੇਲੀਆ। ਸੈਕਿੰਡ ਇੰਡੀਆ, ਸਪੇਨ ਐਂਡ ਬੈਲਜੀਅਮ। These are the countries where the coming together and holding together federalism practiced. ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਹਾਊ ਇਜ਼ ਫੈਡਰਲਿਜ਼ਮ ਪ੍ਰੈਕਟਿਸ ਕਿ ਫੈਡਰਲਿਜ਼ਮ ਦਾ ਅਭਿਆਸ ਕਿਵੇਂ ਕੀਤਾ ਜਾਂਦਾ ਹੈ। ਮੀਨਜ਼ ਸੰਵਿਧਾਨਿਕ ਵਿਵਸਥਾ ਕਿਵੇਂ ਕੀਤੀ ਜਾਂਦੀ ਹੈ, ਫੈਡਰਲਿਜ਼ਮ ਦੇ ਵਿੱਚ ਕਿਵੇਂ ਸ਼ਕਤੀਆਂ ਦੀ ਜਾਂ ਸਟੇਟਸ ਦੀ ਡਿਸਟਰੀਬਿਊਸ਼ਨ ਸੈਪਰੇਸ਼ਨ ਕੀਤੀ ਜਾਂਦੀ ਹੈ, ਵੰਡ ਕੀਤੀ ਜਾਂਦੀ ਹੈ। ਸੋ ਹੇਅਰ linguistic state are made according to the culture of a area, language policy,
In India, there are many languages are given the recognition, but only English is the official language. State-central relation. Many steps are taken to improve the relation between the state and the center, like forming coalition parties and many more. Before explaining these points, we see the definition. Federalism is practiced in India by the creation of a linguistic state, was the first and a major test for democratic politics in our country. Center-state relation restructuring the center-state relation is one more way in which federalism has been strengthened in practice. ਫਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਭਾਰਤ ਦੀ ਲੋਕਤੰਤਰੀ ਰਾਜਨੀਤੀ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਸਟੇਟਸ ਦਾ ਨਿਰਮਾਣ ਕਰਕੇ ਪਹਿਲਾ ਅਤੇ ਇੱਕ ਵੱਡਾ ਟੈਸਟ ਕੀਤਾ ਗਿਆ। ਸੈਕਿੰਡ ਪੁਆਇੰਟ ਆ ਜਾਂਦਾ ਹੈ ਸੈਂਟਰ ਸਟੇਟ ਰਿਲੇਸ਼ਨ ਰੀਸਟਰਕਚਰਿੰਗ ਦਾ ਸੈਂਟਰ, ਮਤਲਬ ਕਿ ਜੋ ਸੈਂਟਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿਚਕਾਰ ਰਿਸ਼ਤੇ ਸੀ ਉਸ ਨੂੰ ਦੁਬਾਰਾ ਬਣਾਇਆ ਗਿਆ, ਉਸ ਨੂੰ ਦੁਬਾਰਾ ਇੱਕ ਰੂਪ ਦਿੱਤਾ ਗਿਆ, ਉਸ ਦੇ ਵਿੱਚ ਕੁਝ ਚੇਂਜਿਸ ਕੀਤੀਆਂ ਗਈਆਂ। State relation is one more way in which federalism has been the strengthened in practice ਕਿ ਜਦੋਂ ਇਹਨਾਂ ਦੇ ਵਿਚਕਾਰ ਦੁਬਾਰਾ ਰੀਸਟਰਕਚਰ ਕੀਤਾ ਗਿਆ, ਇਹਨਾਂ ਦੇ ਰਿਸ਼ਤੇ ਸੁਧਾਰੇ ਗਏ, ਨਿਰਮਾਣ ਕੀਤਾ ਗਿਆ, ਇਸ ਦੇ ਨਾਲ ਫੈਡਰਲਿਜ਼ਮ ਸੰਘਵਾਦ ਸਰਕਾਰ ਨੂੰ ਹੋਰ ਮਜ਼ਬੂਤੀ ਤਾਕਤ ਮਿਲੀ। ਲਿੰਗੁਇਸਟਿਕ ਸਟੇਟਸ ਮਤਲਬ ਭਾਸ਼ਾ ਦੇ ਆਧਾਰ 'ਤੇ ਬਣਾਏ ਗਏ ਵੱਖਰੇ ਰਾਜ। ਦਾ ਫਸਟ ਚੈਲੰਜ ਫੇਸਡ ਆਫਟਰ ਇੰਡੀਪੈਂਡੈਂਸ ਵਾਜ ਲਿੰਗੁਇਸਟਿਕ ਸਟੇਟਸ ਕਿ ਸਾਨੂੰ ਆਜ਼ਾਦੀ ਤੋਂ ਮਿਲਣ ਤੋਂ ਬਾਅਦ ਜੋ ਪਹਿਲੀ ਸਮੱਸਿਆ ਹੈ ਚੈਲੰਜ ਸਾਡੇ ਸਾਹਮਣੇ ਜਿਸ ਨੂੰ ਸੋਲਵ ਕਰਨਾ ਸੀ ਉਸ ਦੀ ਭਾਸ਼ਾ ਦੇ ਆਧਾਰ 'ਤੇ ਜੋ ਵੱਖਰੇ ਰਾਜ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਨਿਰਮਾਣ ਕਰਨਾ ਜਾਂ ਲੋਕਾਂ ਨੂੰ ਜਿਹੜਾ ਇਸ ਦਾ ਨਿਰਮਾਣ ਕਰਨ ਤੋਂ ਰੋਕਣਾ। ਸੋ ਸਾਡੇ ਦੇਸ਼ ਦੀ ਗੌਰਮੈਂਟ ਵਾਸਤੇ ਇਹ ਸਭ ਤੋਂ ਜ਼ਿਆਦਾ ਵੱਡਾ ਚੈਲੰਜ ਸੀ, ਜਿਹਦੇ ਅਨੁਸਾਰ ਅਲੱਗ-ਅਲੱਗ ਸਟੇਟਸ ਦੇ ਅਲੱਗ-ਅਲੱਗ ਲੈਂਗੁਏਜ ਬੋਲਣ ਵਾਲੇ ਪੀਪਲਸ ਵੱਲੋਂ ਆਪਣੇ ਏਰੀਏ ਦੀ ਡਿਮਾਂਡ ਕੀਤੀ ਜਾ ਰਹੀ ਸੀ। ਸੋ ਹੁਣ ਤੁਹਾਡੀ ਬੁੱਕ ਦੇ ਅਨੁਸਾਰ ਇਸ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਡਿਸਕ੍ਰਾਈਬ ਕੀਤਾ ਗਿਆ ਹੈ ਕਿ 1947 ਤੋਂ ਲੈ ਕੇ 2017 ਤੱਕ ਅਗਰ ਆਪਾਂ ਮੈਪ ਦੇਖੀਏ, ਹਰੇਕ ਮੈਪ ਦੇ ਵਿੱਚ ਹਰੇਕ ਸਟੇਟ ਦੀਆਂ ਬਾਉਂਡਰੀਜ਼ ਇਨਕਰੀਜ਼ ਜਾਂ ਡਿਕਰੀਜ਼ ਹੋਈਆਂ ਨੇ। ਜੋ ਮੈਪ ਅਸੀਂ 1947 ਦੇ ਵਿੱਚ ਦੇਖਦੇ ਹਾਂ ਉਹ ਮੈਪ ਸਾਡੇ ਅੱਜ ਦੇ ਮਾਡਰਨ ਮੈਪ ਨਾਲੋਂ ਪ੍ਰੈਜੈਂਟ ਟਾਈਮ ਦੇ ਮੈਪ ਨਾਲੋਂ ਬਿਲਕੁਲ ਅਲੱਗ ਹੋਏਗਾ। ਉਸ ਦੇ ਵਿੱਚ ਕੋਈ ਸਟੇਟਸ ਦਾ ਤੁਹਾਨੂੰ ਬਹੁਤ ਜ਼ਿਆਦਾ ਏਰੀਆ ਵਾਸਟ ਮਿਲੇਗਾ, ਕੋਈ ਦਾ ਏਰੀਆ ਜਿਹੜਾ ਕਾਫੀ ਡਿਕਰੀਜ਼ ਨੈਰੋ ਏਰੀਆ ਹੋਵੇਗਾ। ਸੋ ਇਸ ਦੇ ਵਿੱਚ ਚੇਂਜਿਸ ਕਾਹਦਾ ਕਰਕੇ ਹੋਈਆਂ, ਸਾਡੀ ਲੈਂਗੁਏਜ ਦੇ ਆਧਾਰ 'ਤੇ ਜੋ ਰਿਲੀਜਨ ਨੂੰ ਫੋਲੋ ਕੀਤਾ ਜਾਂਦਾ ਸੀ, ਜੋ ਸਾਡੇ ਕਸਟਮਸ ਰੀਤੀ ਰਿਵਾਜ ਸਨ, ਜੋ ਸਾਡੀ ਐਥਨੀਸਿਟੀ ਸੀ ਜਾਂ ਸਾਡਾ ਕਲਚਰ ਸੀ, ਉਸ ਦੇ ਆਧਾਰ 'ਤੇ ਇਹ ਸਾਰੀਆਂ ਚੇਂਜਿਸ ਹੋਈਆਂ। ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ 'ਤੇ ਨਵੀਆਂ ਸਟੇਟਸ ਦਾ ਨਿਰਮਾਣ ਕੀਤਾ ਗਿਆ, ਜਿਸ ਦੇ ਅਨੁਸਾਰ ਇੱਕ ਹੀ ਲੈਂਗੁਏਜ ਬੋਲਣ ਵਾਲੇ ਲੋਕਾਂ ਨੂੰ ਇੱਕ ਵੱਖਰੇ ਖੇਤਰ ਦੇ ਵਿੱਚ ਵੱਖਰੇ ਇਲਾਕੇ ਦੇ ਵਿੱਚ ਇਕੱਠਾ ਕਰ ਦਿੱਤਾ ਗਿਆ। ਜਿਸ ਤਰ੍ਹਾਂ ਹੁਣ ਅਸੀਂ ਸਾਰੇ ਪੰਜਾਬੀ ਬੋਲਦੇ ਹਾਂ, ਆਪਣੇ ਪੰਜਾਬ ਦੇ ਵਿੱਚ ਮੋਸਟਲੀ ਪੀਪਲਸ ਉਹ ਸਾਰੇ ਮੌਜੂਦ ਨੇ ਜੋ ਕਿ ਪੰਜਾਬੀ ਲੈਂਗੁਏਜ ਬੋਲਦੇ ਆ। ਇਸ ਤੋਂ ਇਲਾਵਾ ਲੈਂਗੁਏਜ ਦੇ ਆਧਾਰ ਤੋਂ ਇਲਾਵਾ ਵੀ ਕੁਝ ਲੋਕਾਂ ਦੀਆਂ ਕੁਝ ਸਟੇਟਸ ਸਾਡੇ ਦੇਸ਼ ਦੀਆਂ ਅਜਿਹੀਆਂ ਨੇ ਜੋ ਸਾਡੇ ਕਲਚਰ, ਐਥਨੀਸਿਟੀ, ਸਾਡੀ ਨਸਲ ਜਾਤੀ ਦੇ ਆਧਾਰ 'ਤੇ ਜਾਂ ਜਿਓਗ੍ਰਾਫੀ ਜਾਂ ਸਾਡੇ ਭੂਗੋਲਿਕ ਸਿਚੁਏਸ਼ਨ ਦੇ ਆਧਾਰ 'ਤੇ ਬਣਾਈਆਂ ਗਈਆਂ ਨੇ। ਇਹਨਾਂ ਸਟੇਟਸ ਦੇ ਨਾਮ ਹੈ ਨਾਗਾਲੈਂਡ, ਉੱਤਰਾਖੰਡ ਐਂਡ ਝਾਰਖੰਡ। ਇਹ ਸਟੇਟਸ ਦਾ ਨਿਰਮਾਣ ਲੈਂਗੁਏਜ ਦੇ ਆਧਾਰ 'ਤੇ ਨਹੀਂ ਸਗੋਂ ਇਹਨਾਂ ਦੇ ਕਲਚਰ, ਐਥਨੀਸਿਟੀ, ਨਸਲ, ਜਿਓਗ੍ਰਾਫੀ ਦੇ ਆਧਾਰ 'ਤੇ ਕੀਤਾ ਗਿਆ। ਸੋ ਨੈਕਸਟ ਸਾਡੇ ਕੋਲ ਇਸ ਚੈਪਟਰ ਵਿੱਚ ਆ ਜਾਂਦਾ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਲੋਕਾਂ ਵੱਲੋਂ ਆਪਣੀ ਵੱਖਰੀ ਸਟੇਟ ਦੀ ਡਿਮਾਂਡ ਕੀਤੀ ਜਾ ਰਹੀ ਸੀ, ਸਾਡੇ ਦੇਸ਼ ਦੀ ਗੌਰਮੈਂਟ ਦੇ ਲੀਡਰ ਸੀ ਉਹਨਾਂ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਸੀ ਕਿ ਕਿਸੇ ਵੀ ਲੈਂਗੁਏਜ ਬੋਲਣ ਵਾਲੇ ਅਲੱਗ ਲੈਂਗੁਏਜ ਬੋਲਣ ਵਾਲੇ ਪੀਪਲਸ ਨੂੰ ਅਲੱਗ ਸਟੇਟਸ ਵਿੱਚ ਰਹਿਣ ਦੇ ਚਾਂਸਿਸ ਨਹੀਂ ਦਿੱਤੇ ਜਾਣਗੇ, ਅਲੱਗ ਏਰੀਆ ਨਹੀਂ ਦਿੱਤਾ ਜਾਣਗੇ, ਸਾਡੇ ਦੇਸ਼ ਦੇ ਲੋਕ ਮਿਲੇ ਜੁਲੇ ਰਹਿਣਗੇ। ਪਰ ਜਦੋਂ ਇਹ ਡਿਮਾਂਡ ਕਾਫੀ ਵੱਧਦੀ ਗਈ ਤਾਂ ਫਿਰ ਮਜਬੂਰੀ ਵਸ ਸਾਡੀ ਗੌਰਮੈਂਟ ਨੂੰ ਅਲੱਗ-ਅਲੱਗ ਤੌਰ 'ਤੇ ਲੈਂਗੁਏਜ ਦੇ ਆਧਾਰ 'ਤੇ ਸਟੇਟਸ ਦਾ ਨਿਰਮਾਣ ਕਰਨਾ ਪਿਆ ਸੀ। ਸਾਡੀ ਗੌਰਮੈਂਟ ਜੋ ਡਿਨਾਈਡ ਇਨਕਾਰ ਇਸ ਕਰਕੇ ਕਰ ਰਹੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪਹਿਲਾਂ ਸਾਡੇ ਦੇਸ਼ ਦਾ ਰਿਲੀਜਨ ਦੇ ਆਧਾਰ 'ਤੇ ਪਾਰਟੀਸ਼ਨ ਹੋ ਚੁੱਕੀ ਹੈ, ਜਿਸ ਦੇ ਨਾਲ ਕਾਫੀ ਖੂਨ ਖਰਾਬਾ ਹੋਇਆ ਹੈ, ਬਹੁਤ ਸਾਰੇ ਲੋਕਾਂ ਦੀ ਇਕਨੋਮਿਕਲ, ਸੋਸ਼ਲ ਔਰ ਲਾਈਫ ਦਾ ਲੋਸ ਹੋਇਆ ਹੈ। ਅਗਰ ਅਸੀਂ ਫਿਰ ਲੈਂਗੁਏਜ ਦੇ ਆਧਾਰ 'ਤੇ ਦੇਸ਼ ਦੀਆਂ ਸਟੇਟਸ ਦਾ ਨਿਰਮਾਣ ਕਰਾਂਗੇ, ਇਸ ਦੇ ਨਾਲ ਇੱਕ ਤਾਂ ਸਾਡੀ ਇੰਟੀਗ੍ਰੇਸ਼ਨ ਏਕਤਾ ਜਿਹੜੀ ਉਹ ਟੁੱਟ ਜਾਵੇਗੀ, ਇੱਕ ਸਾਡੇ ਦੇਸ਼ ਦੇ ਵਿੱਚ ਫਿਰ ਰੀਅਟਸ ਦੰਗੇ ਫਸਾਦ ਹੋਣ ਦਾ ਡਰ ਹੈ। ਸੋ ਪਹਿਲਾਂ ਗੌਰਮੈਂਟ ਇਸ ਕਰਕੇ ਇਨਕਾਰ ਕਰ ਰਹੀ ਸੀ, ਪਰ ਲਗਾਤਾਰ ਲੋਕਾਂ ਦੀ ਵੱਧਦੀ ਮੰਗ ਦਾ ਕਰਕੇ ਜੋ ਲੋਕਾਂ ਨੇ ਆਪਣਾ ਸਟਰਗਲ ਜਿਹੜਾ ਹੋਰ ਤੇਜ਼ ਕਰ ਦਿੱਤਾ, ਫਿਰ ਗੌਰਮੈਂਟ ਨੂੰ ਇਹ ਡਿਮਾਂਡ ਪੂਰੀ ਕਰਨੀ ਪਈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਲੈਂਗੁਏਜ ਪੋਲਿਸੀ।
ਭਾਸ਼ਾ ਨੀਤੀ ਮਤਲਬ ਸਾਡੇ ਦੇਸ਼ ਦੇ ਵਿੱਚ ਜੋ ਲੈਂਗੁਏਜ ਬੋਲੀਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਕਿਹੜੀ ਲੈਂਗੁਏਜ ਐਕਸੈਪਟ ਕੀਤੀ ਗਈ, ਕਿਹੜੀ ਰਿਜੈਕਟ ਕੀਤੀ ਗਈ, ਭਾਸ਼ਾ ਦੇ ਪ੍ਰਤੀ ਕੀ ਨੀਤੀ ਅਪਣਾਈ ਗਈ। ਜਿਸ ਤਰ੍ਹਾਂ ਹਰੇਕ ਕੰਟਰੀ ਦੀ ਕੋਈ ਨਾ ਕੋਈ ਨੈਸ਼ਨਲ ਲੈਂਗੁਏਜ ਹੁੰਦੀ ਹੈ, ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਲੈਂਗੁਏਜ ਡਿਕਲੇਅਰ ਕਰਨ ਵਾਸਤੇ ਸਾਡੀ ਗੌਰਮੈਂਟ ਵੱਲੋਂ ਕੀ ਪਾਲਿਸੀ ਅਪਣਾਈ ਗਈ। ਹੇਅਰ ਆਰ ਸਮ ਪੁਆਇੰਟਸ। ਫਸਟ ਇਜ no language has been given the status of the national language। ਕਿਸੇ ਵੀ ਭਾਸ਼ਾ ਨੂੰ ਨੈਸ਼ਨਲ ਰਾਸ਼ਟਰੀ ਭਾਸ਼ਾ ਦਾ ਦਰਜਾ ਨਾ ਦਿੱਤਾ ਗਿਆ। ਸੈਂਟਰਲ ਗੌਰਮੈਂਟ ਕਾਂਟ ਇੰਪੋਜ਼ ਹਿੰਦੀ ਔਨ ਨੌਨ ਹਿੰਦੀ ਸਪੀਕਿੰਗ ਸਟੇਟਸ। ਕੇਂਦਰ ਸਰਕਾਰ ਕਹਿੰਦੇ ਉਹਨਾਂ ਸਟੇਟਸ ਦੇ ਉੱਪਰ ਹਿੰਦੀ ਨੂੰ ਨਹੀਂ ਥੋਪ ਸਕਦੀ, ਮਤਲਬ ਉਹਨਾਂ ਨੂੰ ਜ਼ਬਰਦਸਤੀ ਹਿੰਦੀ ਬੋਲਣ ਜਾਂ ਲਿਖਣ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਸ ਸਟੇਟ ਦੇ ਲੋਕ ਹਿੰਦੀ ਨੂੰ ਨਹੀਂ ਬੋਲਦੇ। 22 ਲੈਂਗੁਏਜਿਸ ਹੈਵ ਬੀਨ ਦਾ ਰੈਕੋਗਨਾਈਜ਼ ਆਰ ਸ਼ਡਿਊਲਡ ਲੈਂਗੁਏਜ। ਸਾਡੇ ਦੇਸ਼ ਦੇ ਆਰਟੀਕਲ ਜਿਸ ਦੇ ਵਿੱਚ ਸ਼ਡਿਊਲ ਲੈਂਗੁਏਜ ਮਤਲਬ ਲੈਂਗੁਏਜ ਦੇ ਬਾਰੇ ਲਿਖਿਆ ਗਿਆ ਹੈ ਉਸ ਦੇ ਅਨੁਸਾਰ 22 ਲੈਂਗੁਏਜਸ ਨੂੰ ਪਹਿਚਾਣ ਦਿੱਤੀ ਗਈ। 22 ਲੈਂਗੁਏਜਿਸ ਪਹਿਚਾਣੀਆਂ ਗਈਆਂ ਨੇ ਜੋ ਸਾਡੇ ਦੇਸ਼ ਦੇ ਮੋਸਟਲੀ ਪੀਪਲਸ ਵੱਲੋਂ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਨੇ। ਲਾਸਟ ਪੁਆਇੰਟ ਆ ਜਾਂਦਾ ਸਾਡੇ ਕੋਲ ਸੈਂਟਰ ਐਗਰੀਜ਼ ਟੂ ਯੂਜ਼ ਇੰਗਲਿਸ਼ ਅਲੋਂਗ ਵਿਦ ਹਿੰਦੀ। ਸੈਂਟਰ ਗੌਰਮੈਂਟ ਵੱਲੋਂ ਇੰਗਲਿਸ਼ ਅਤੇ ਹਿੰਦੀ ਇਕੱਠੀਆਂ ਹੀ ਯੂਜ਼ ਕਰਨ ਦੀ ਸਹਿਮਤੀ ਦੇ ਦਿੱਤੀ ਗਈ। ਬਾਈ ਦਿਸ ਫਲੈਕਸੀਬਿਲਿਟੀ ਇਜ਼ ਸ਼ੋਨ। ਇਸ ਦੇ ਨਾਲ ਇੱਕ ਲਚਕੀਲਾਪਨ ਦਿਖਾਇਆ ਗਿਆ ਕਿ ਅਗਰ ਗੌਰਮੈਂਟ ਸਰਕਾਰ ਜਿਹੜੀ ਕਠੋਰਤਾ ਦਿਖਾਉਂਦੀ ਰਿਗਡਿਟੀ ਦੇ ਨਾਲ ਕੀ ਹੋਣਾ ਹੈ, ਅਗਰ ਜ਼ਬਰਦਸਤੀ ਹਿੰਦੀ ਥੋਪ ਦਿੱਤੀ ਜਾਂਦੀ ਲੋਕਾਂ ਦੇ ਉੱਪਰ ਅਤੇ ਬਾਕੀ ਨਾ ਹਿੰਦੀ ਬੋਲਣ ਵਾਲੇ ਲੋਕ ਸੀ ਜੋ ਉਹਨਾਂ ਨੇ ਨਾਰਾਜ਼ ਹੋ ਕੇ ਫਿਰ ਇੱਕ ਅੰਦੋਲਨ ਕਰ ਦੇਣਾ ਹੈ। ਐਗੀਟੇਸ਼ਨ ਦੇ ਵਿੱਚ ਗੌਰਮੈਂਟ ਨੂੰ ਫਿਰ ਲਾਸ ਹੋ ਸਕਦਾ ਹੈ। ਸੋ ਇਸ ਐਗੀਟੇਸ਼ਨ ਤੋਂ ਮੂਵਮੈਂਟ ਤੋਂ ਬਚਣ ਵਾਸਤੇ ਗੌਰਮੈਂਟ ਨੇ ਆਪਣੀ ਪਾਲਿਸੀ ਵਿੱਚ ਫਲੈਕਸੀਬਿਲਿਟੀ ਲਿਆਂਦੀ ਔਰ ਵੱਖ-ਵੱਖ ਦੇਸ਼ ਦੇ ਪਾਰਟਸ ਵਿੱਚ ਜੋ ਲੈਂਗੁਏਜ ਮੋਸਟਲੀ ਬੋਲੀਆਂ ਜਾਂਦੀਆਂ ਸੀ ਉਹਨਾਂ ਨੂੰ ਰੈਕੋਗਨਾਈਜੇਸ਼ਨ ਇੱਕ ਪਹਿਚਾਣ ਦੇ ਦਿੱਤੀ ਕੌਨਸਟੀਟਿਊਸ਼ਨ ਦੇ ਅਨੁਸਾਰ। ਸਾਡੇ ਦੇਸ਼ ਦੇ ਵਿੱਚ ਹੁਣ ਹਿੰਦੀ ਲੈਂਗੁਏਜ ਇਸ ਕਰਕੇ ਇੰਪੋਜ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਿੰਦੀ ਬੋਲਣ ਵਾਲੇ ਸਿਰਫ 40% ਲੋਕ ਨੇ ਜੋ ਕਿ ਹਿੰਦੀ ਬੋਲਦੇ ਨੇ। ਇਸ ਕਰਕੇ ਗੌਰਮੈਂਟ ਵੱਲੋਂ ਜੋ 1965 ਦੇ ਵਿੱਚ ਇੰਗਲਿਸ਼ ਦੀ ਓਫੀਸ਼ੀਅਲ ਰੌਕ ਮਤਲਬ ਦਫ਼ਤਰ ਦੇ ਕੰਮਕਾਜ ਦੇ ਵਿੱਚ ਜੋ ਇੰਗਲਿਸ਼ ਯੂਜ਼ ਕੀਤੀ ਜਾਂਦੀ ਉਹਦੀ ਵਰਤੋਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਤਾਂ ਗੌਰਮੈਂਟ ਚਾਹੁੰਦੀ ਸੀ ਕਿ ਅਸੀਂ ਹਿੰਦੀ ਦੇ ਵਿੱਚ ਸਾਰਾ ਵਰਕ ਕਰੀਏ, ਪਰ ਜਦੋਂ ਗੌਰਮੈਂਟ ਨੇ ਇਹ ਡਿਸੀਜਨ ਲੈ ਲਿਆ ਅਤੇ ਫਿਰ ਨੌਨ ਹਿੰਦੀ ਸਪੀਕਿੰਗ ਸਟੇਟ ਸੀ ਜੋ ਉਹਨਾਂ ਦੇ ਵਿੱਚ ਐਗੀਟੇਸ਼ਨ ਹੋਣੇ ਸ਼ੁਰੂ ਹੋ ਗਏ। ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਤਾਮਿਲ ਲੋਕਾਂ ਦੇ ਵਿੱਚ ਜੋ ਐਗੀਟੇਸ਼ਨ ਅੰਦੋਲਨ ਕੀਤਾ ਗਿਆ ਉਹਨਾਂ ਵੱਲੋਂ ਇਹ ਕਾਫੀ ਵਾਇਓਲੇਸ਼ਨ ਵਾਲਾ ਮੂਵਮੈਂਟ ਸੀ। ਸੋ ਇਸ ਕਰਕੇ ਸਰਕਾਰ ਨੇ ਲੋਕਾਂ ਦਾ ਰੋਸ ਵੇਖਦੇ ਹੋਇਆਂ ਫਿਰ ਆਪਣੀ ਪਾਲਿਸੀ ਵਿੱਚ ਚੇਂਜ ਕਰ ਦਿੱਤਾ ਅਤੇ ਹਿੰਦੀ ਓਫੀਸ਼ੀਅਲ ਲੈਂਗੁਏਜ ਦੇ ਨਾਲ ਨਾਲ ਇੰਗਲਿਸ਼ ਦੀ ਯੂਜ਼ ਕਰਨਾ ਵੀ ਫਿਰ ਜਾਰੀ ਰੱਖਿਆ। ਇੰਗਲਿਸ਼ ਵੀ ਰਿਜੈਕਟ ਬਿਲਕੁਲ ਨਹੀਂ ਕੀਤੀ। ਹੁਣ ਇਸੇ ਕਰਕੇ ਸਾਡੇ ਆਫਿਸ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਇੰਗਲਿਸ਼ ਔਰ ਹਿੰਦੀ ਦੋਨਾਂ ਲੈਂਗੁਏਜ ਦੇ ਵਿੱਚ ਵਰਕ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਅਸੀਂ ਕੋਈ ਵੀ ਐਗਜ਼ਾਮ ਦੇਣ ਜਾਂਦੇ ਹਾਂ ਸਾਡੀਆਂ ਜੋ 22 ਲੈਂਗੁਏਜਿਸ ਨੂੰ ਪਹਿਚਾਣ ਦਿੱਤੀ ਗਈ ਆ, ਰੈਕੋਗਨਾਈਜੇਸ਼ਨ ਦਿੱਤੀ ਗਈ ਆ ਕੌਨਸਟੀਟਿਊਸ਼ਨ ਦੁਆਰਾ। ਅਸੀਂ ਕੋਈ ਵੀ ਪੇਪਰ ਦਿੰਦੇ ਹਾਂ ਸਾਨੂੰ ਪੇਪਰ ਫਿਲ ਕਰਨ ਤੋਂ ਪਹਿਲਾਂ ਆਪਸ਼ਨ ਮਿਲਦੀ ਹੈ ਕਿ ਤੁਸੀਂ ਆਪਣਾ ਐਗਜ਼ਾਮ ਕਿਸ ਲੈਂਗੁਏਜ ਦੇ ਵਿੱਚ ਦੇਣਾ ਚਾਹੁੰਦੇ ਹੋ। ਆਪਾਂ ਹੁਣ CBSE ਦਾ ਪੇਪਰ ਦਿੰਦੇ ਹਾਂ, CBSE ਦੇ ਵਿੱਚ ਵੀ ਸਾਨੂੰ ਇੰਗਲਿਸ਼ ਔਰ ਹਿੰਦੀ ਦੀ ਆਪਸ਼ਨ ਮਿਲਦੀ ਆ। ਨਾਲ ਸਾਨੂੰ ਸਾਡੀ ਰੀਜਨਲ ਲੈਂਗੁਏਜ ਹੁੰਦੀ ਆ ਜੋ ਸਾਡੀ ਖੇਤਰੀ ਭਾਸ਼ਾ ਹੁੰਦੀ ਆ ਉਹ ਇੱਕ ਸਬਜੈਕਟ ਰੱਖਣ ਦੀ ਓਪਰਚੁਨਿਟੀ ਦਿੱਤੀ ਜਾਂਦੀ ਹੈ ਤਾਂ ਕਿ ਅਸੀਂ ਆਪਣੀ ਭਾਸ਼ਾ ਦੇ ਆਧਾਰ 'ਤੇ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਲੈਂਗੁਏਜ ਦੇ ਵਿੱਚ ਪੇਪਰ ਦੇ ਸਕੀਏ, ਆਪਣੇ ਇਮਤਿਹਾਨ ਕਰ ਸਕੀਏ। ਕਹਿਣ ਦਾ ਭਾਵ ਕਿ ਇਸ ਫਲੈਕਸੀਬਿਲਿਟੀ ਦਾ ਕਰਕੇ ਸਾਡੇ ਦੇਸ਼ ਦੇ ਵਿੱਚ ਸ਼੍ਰੀਲੰਕਾ ਵਾਲੀ ਸਿਚੁਏਸ਼ਨ ਪੈਦਾ ਨਹੀਂ ਸੀ ਹੋਈ। ਅਗਰ ਸਾਡੇ ਦੇਸ਼ ਦੇ ਵਿੱਚ ਵੀ ਸ਼੍ਰੀਲੰਕਾ ਵਾਂਗ ਇਹ ਮੰਨ ਲਿਆ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਮੈਜੋਰਟੀ ਲੋਕ ਹਿੰਦੀ ਲੈਂਗੁਏਜ ਬੋਲਣ ਵਾਲੇ ਆ, ਸੋ ਹਿੰਦੀ ਹੀ ਸਾਰਿਆਂ ਦੇ ਉੱਪਰ ਇੰਪੋਜ਼ ਕਰ ਦਿੱਤੀ ਗਈ, ਥੋਪ ਦਿੱਤੀ ਜਾਵੇ, ਸਾਰੇ ਲੋਕ ਹਿੰਦੀ ਬੋਲਣ, ਹਿੰਦੀ ਵਿੱਚ ਲਿਖਿਆ ਜਾਵੇ, ਵਰਕ ਕੀਤਾ ਜਾਵੇ। ਸੋ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿਚਕਾਰ ਵੀ ਇੱਕ ਮੂਵਮੈਂਟ ਚੱਲ ਪੈਣਾ ਸੀ ਜਿਸ ਦੇ ਅਨੁਸਾਰ ਸਾਡੇ ਦੇਸ਼ ਦੇ ਹੋਰ ਪਾਰਟਸ ਹੋ ਸਕਦੇ। ਸੋ ਇਸ ਚੀਜ਼ ਤੋਂ ਬਚਣ ਵਾਸਤੇ ਗੌਰਮੈਂਟ ਵੱਲੋਂ ਇਸ ਲੈਂਗੁਏਜ ਪਾਲਿਸੀ ਨੂੰ ਲਿਆਂਦਾ ਗਿਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਥੀਸ ਆਰ ਦਾ 22 ਲੈਂਗੁਏਜਿਸ ਡੈਟ ਆਰ ਰੈਕੋਗਨਾਈਜ਼ਡ ਬਾਏ ਦਾ Constitution। फर्स्ट असामी, बंगाली, गुजराती, हिंदी, कन्नड़, कश्मीरी, कोंकणी, मलयालम, मणिपुरी, मराठी, नेपाली, उड़िया, पंजाबी, संस्कृत, सिंधी, तमिल, तेलुगु, उर्दू, बोडो, संताली, मैथाली एंड डोगरी। These are the 22 languages spoken in our country। Next we have center state relation कि साडी सेंटर गौरमेंट और राज सरकार स्टेट गौरमेंट के विचकार की रिश्ता है, आपस ਦੇ ਵਿੱਚ ਇਹਨਾਂ ਦੇ ਸੰਬੰਧ ਕਿਵੇਂ ਦੇ ਨੇ। ਹੁਣ ਇਸ ਪੁਆਇੰਟ ਵਿੱਚ ਇੱਕ ਚੀਜ਼ ਹੈ ਕਿ ਕੌਨਸਟੀਟਿਊਸ਼ਨ ਦੇ ਵੱਲੋਂ ਸੰਵਿਧਾਨ ਦੇ ਵੱਲੋਂ
ਜੋ ਵੀ ਸ਼ਕਤੀਆਂ ਦੀ ਵੰਡ ਸੀ ਉਸ ਦਾ ਤੇ ਪੂਰਾ ਪ੍ਰਬੰਧ ਕਰ ਦਿੱਤਾ ਗਿਆ। ਸੈਂਟਰ ਔਰ ਸਟੇਟ ਗੌਰਮੈਂਟ ਨੂੰ ਸ਼ਕਤੀਆਂ ਜੋ ਵੀ ਵੰਡਣੀ ਸੀ ਵੰਡ ਕੇ ਉਹਨਾਂ ਦਾ ਪ੍ਰਬੰਧ ਕਰ ਦਿੱਤਾ ਗਿਆ। ਪਰ ਸੈਂਟਰ ਔਰ ਸਟੇਟ ਗੌਰਮੈਂਟ ਦੇ ਜੋ ਲੀਡਰ ਸੀ ਉਹ ਇਸ ਪ੍ਰਬੰਧ ਨੂੰ ਕਿਵੇਂ ਫੋਲੋ ਕਰਦੇ ਆ, ਇਹ ਸਾਰਾ ਕੁਝ ਡਿਪੈਂਡ ਕਰਦਾ ਇਹਨਾਂ ਦੇ ਨੇਚਰ 'ਤੇ ਕਿ ਇਹ ਲੀਡਰਸ ਔਰ ਰੂਲਿੰਗ ਪਾਰਟੀ ਜੋ ਪਾਰਟੀ ਰਾਜ ਕਰ ਰਹੀ ਆ ਉਹ ਪਾਰਟੀ ਕਿਵੇਂ ਦੀ ਆ, ਉਹਦਾ ਬਿਹੇਵ ਕਿਵੇਂ ਦਾ। ਸੋ ਸਾਰਾ ਪ੍ਰਬੰਧ ਇਹਨਾਂ ਦੇ ਉੱਪਰ ਡਿਪੈਂਡ ਕਰਦੇ ਸੀ। ਕਹਿਣ ਦਾ ਭਾਵ ਕਿ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਇੱਕ ਪਿਓ ਵੱਲੋਂ ਆਪਣੇ ਪੁੱਤਰਾਂ ਦੇ ਨਾਮ 'ਤੇ ਜਾਇਦਾਦ ਦੀ ਵਸੀਅਤ ਕਰ ਦਿੱਤੀ ਜਾਂਦੀ ਆ, ਵਸੀਅਤ ਦੇ ਵਿੱਚ ਆਪਣੇ ਪਿਤਾ ਨੇ ਪੁੱਤਰਾਂ ਵਿਚਕਾਰ ਬਰਾਬਰ ਦੀ ਜਾਇਦਾਦ ਵੰਡ ਦਿੱਤੀ ਆ। ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਜਾਇਦਾਦ ਨੂੰ ਕਿਵੇਂ ਵੰਡਣਾ ਵਾ, ਕਿਵੇਂ ਸਾਂਭਣਾ ਵਾ, ਕਿਹੜੀ ਜਾਇਦਾਦ ਕਿਹੜੇ ਭਰਾ ਨੇ ਰੱਖਣੀ ਆ, ਇਹ ਸਾਰਾ ਕੁਝ ਤੇ ਉਹਨਾਂ ਦੇ ਆਪਣੇ ਨੇਚਰ ਦੇ ਉੱਪਰ ਡਿਪੈਂਡ ਕਰੇਗਾ ਕਿ ਉਹ ਆਪਸ ਦੇ ਵਿੱਚ ਕਿਵੇਂ ਇਹਨਾਂ ਨੂੰ ਵੰਡਣਾ ਚਾਹੁੰਦੇ ਆ। ਕਿਉਂਕਿ ਵਸੀਅਤ ਨੇ ਜਿਹੜਾ ਵਾ ਕੋਈ ਲੜਾਈ ਝਗੜਾ ਨਹੀਂ ਕਰਨਾ, ਵਸੀਅਤ ਦੇ ਵਿੱਚ ਜੋ ਤੇ ਲਿਖ ਦਿੱਤਾ ਠੀਕ ਆ, ਉਸ ਲਿਖੀ ਹੋਈ ਚੀਜ਼ ਦੀ ਅਸੀਂ ਵਿਆਖਿਆ ਕਿਵੇਂ ਕਰ ਲੈਂਦੇ ਹਾਂ, ਐਕਸਪਲੇਨੇਸ਼ਨ ਕਿਵੇਂ ਕਰ ਲੈਂਦੇ ਹਾਂ, ਉਹ ਬਿਹੇਵ ਕਰੇਗਾ ਸਾਡੇ ਆਪਣੇ ਉੱਪਰ। ਇਸੇ ਤਰ੍ਹਾਂ ਹੁਣ ਕੌਨਸਟੀਟਿਊਸ਼ਨ ਨੇ ਤਾਂ ਪ੍ਰਬੰਧ ਕਰ ਦਿੱਤਾ, ਸ਼ਕਤੀਆਂ ਵੰਡ ਦਿੱਤੀਆਂ, ਪਰ ਇਹ ਸ਼ਕਤੀਆਂ ਦੀ ਵੰਡ ਦਾ ਅਸੀਂ ਮੀਨਿੰਗ ਕੀ ਕੱਢਣਾ ਵਾ, ਇਹ ਡਿਪੈਂਡ ਕਰੇਗਾ ਰੂਲਿੰਗ ਪਾਰਟੀ ਔਰ ਜੋ ਉਸ ਪਾਰਟੀ ਦੇ ਲੀਡਰਸ ਨੇ ਇਹਨਾਂ ਦੇ ਉੱਪਰ। ਇਸ ਅਨੁਸਾਰ ਕੀ ਹੁੰਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹੁੰਦੇ ਜਦੋਂ ਗੌਰਮੈਂਟ ਚੇਂਜ ਹੋ ਜਾਂਦੀ ਹੈ, ਇੰਡੀਪੈਂਡੈਂਸ ਤੋਂ ਬਾਅਦ ਸਾਡੇ ਕੰਟਰੀ ਦੇ ਵਿੱਚ ਲੰਬਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਹੈ ਔਰ ਕੁਝ ਸਟੇਟਸ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਇੱਕੋ ਗੌਰਮੈਂਟ ਬਾਰ-ਬਾਰ ਚੁਣੀ ਜਾਂਦੀ ਰਹੀ ਹੈ ਲੋਕਾਂ ਵੱਲੋਂ। ਜਦੋਂ ਅਜਿਹੀ ਹਾਲਤ ਹੋ ਜਾਂਦੀ, ਅਜਿਹੀ ਹਾਲਤ ਦੇ ਵਿੱਚ ਸਟੇਟ ਗੌਰਮੈਂਟਸ ਆਪਣੀਆਂ ਮਿਲੀਆਂ ਹੋਈਆਂ ਪਾਵਰਸ ਜੋ ਉਸਨੂੰ ਫੈਡਰਲ ਯੂਨਿਟ ਦੇ ਅਨੁਸਾਰ ਪਾਵਰਸ ਮਿਲੀਆਂ ਹੁੰਦੀਆਂ ਨੇ ਉਹਨਾਂ ਦਾ ਅਸੀਂ ਤਰ੍ਹਾਂ ਪ੍ਰਯੋਗ ਨਹੀਂ ਕਰ ਸਕਦੀ, ਪ੍ਰੈਕਟੀਕਲੀ ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੀ, ਕਿਉਂਕਿ ਸੈਂਟਰ ਗੌਰਮੈਂਟ ਉਸ ਦੇ ਨਾਲ ਜਾਂ ਤਾਂ ਕੋਈ ਨਾ ਕੋਈ ਐਗਰੀਮੈਂਟ ਕਰ ਲੈਂਦੇ ਆ ਜਾਂ ਉਸ ਦੇ ਕੰਮਾਂ ਵਿੱਚ ਇੰਟਰਫੇਅਰੈਂਸ ਕਰਕੇ ਉਸ ਨੂੰ ਅੰਡਰਮਾਈਨ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਇਹ ਸਿਚੁਏਸ਼ਨ ਜਿਹੜੀ ਆ ਉਦੋਂ ਹੋਰ ਮਾੜੀ ਹੋ ਜਾਂਦੀ ਹੈ ਜਦੋਂ ਸੈਂਟਰ ਦੇ ਵਿੱਚ ਗੌਰਮੈਂਟ ਕੋਈ ਹੋਰ ਹੋਵੇ ਔਰ ਸਟੇਟ ਗੌਰਮੈਂਟ ਦਾ ਕੋਈ ਹੋਰ ਹੋਵੇ। ਜਿਸ ਤਰ੍ਹਾਂ ਸਾਡੇ ਸਟੇਟ ਔਰ ਪੰਜਾਬ ਗੌਰਮੈਂਟ ਅਗੇਂਸਟ ਆ, ਇੱਕ ਦੂਜੇ ਦੇ ਓਪੋਜਿਟ ਆ, ਸੈਂਟਰ ਦੇ ਵਿੱਚ BJP ਆ, ਪੰਜਾਬ ਦੇ ਵਿੱਚ ਕਾਂਗਰਸ ਆ। ਅਜਿਹੀ ਹਾਲਤ ਦੇ ਵਿੱਚ ਹੁਣ ਸੈਂਟਰ ਗੌਰਮੈਂਟ ਪੰਜਾਬ ਗੌਰਮੈਂਟ ਨੂੰ ਅੰਡਰਮਾਈਨ ਕਮਜ਼ੋਰ ਕਰਨ ਵਾਸਤੇ ਇਸ ਦੇ ਵਰਕ ਦੇ ਵਿੱਚ ਕੋਈ ਨਾ ਕੋਈ ਦਖਲਅੰਦਾਜ਼ੀ ਕਰ ਸਕਦੀ ਹੈ। ਅਜਿਹੀਆਂ ਹਾਲਤਾਂ ਦੇ ਵਿੱਚ ਕੀ ਕੀਤਾ ਜਾਂਦਾ ਸੀ, ਸੈਂਟਰ ਗੌਰਮੈਂਟ ਹਮੇਸ਼ਾ ਸੰਵਿਧਾਨ ਦੀਆਂ ਪਾਵਰ ਦਾ ਮਿਸਯੂਜ਼ ਕਰਕੇ, ਗਲਤ ਵਰਤੋਂ ਕਰਕੇ ਜੋ ਸਟੇਟ ਗੌਰਮੈਂਟ ਦੇ ਵਿੱਚ ਉਸ ਦੀ ਵਿਰੋਧੀ ਪਾਰਟੀ ਹੁੰਦੀ ਉਸ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਦੀ ਸੀ, ਮਤਲਬ ਉਹਨਾਂ ਨੂੰ ਸਰਕਾਰ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਸੀ। ਸਾਨੂੰ ਪਤਾ ਹੈ ਕਿ ਗੌਰਮੈਂਟ ਜਿਹੜਾ ਉਸ ਨੂੰ ਕਈ ਤਰੀਕਿਆਂ ਦੇ ਨਾਲ ਜਿਹੜਾ ਵਾ ਸੁੱਟਿਆ ਜਾ ਸਕਦਾ ਹੈ, ਮਤਲਬ ਉਹ ਗੌਰਮੈਂਟ ਨੂੰ ਆਪਣਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ, ਜਿਸ ਦੇ ਵਿੱਚ ਕੁਝ ਉਸਦੇ ਮਿਨਿਸਟਰ ਜਿਹੜੇ ਉਹਨਾਂ ਨੂੰ ਖਰੀਦ ਕੇ ਉਹਨਾਂ ਦੀ ਜੋ ਗੌਰਮੈਂਟ ਦੀ ਮੈਜੋਰਟੀ ਆ ਉਸ ਨੂੰ ਘੱਟ ਕਰ ਦੇਣਾ, ਜਾਂ ਆਪਣੇ ਸਟੇਟ ਦੇ ਵਿੱਚ ਕੋਈ ਰੀਅਟਸ ਦੰਗੇ ਫਸਾਦ ਵਗੈਰਾ ਕਰਵਾ ਕੇ ਉੱਥੇ ਜੋ ਵੀ ਲਾਅ ਦੀ ਸਿਚੁਏਸ਼ਨ ਆ ਉਸ ਨੂੰ ਖਰਾਬ ਕਰਕੇ ਪ੍ਰੈਜ਼ੀਡੈਂਟ ਰਾਜ ਡਿਕਲੇਅਰ ਕਰ ਦੇਣਾ। ਸੋ ਅਜਿਹੀ ਹਾਲਤ 1990 ਤੋਂ ਪਹਿਲਾਂ ਹੁੰਦੀ ਸੀ। 1990 ਦੇ ਵਿੱਚ ਇੱਕ ਚੇਂਜਿਸ ਆਈਆਂ, ਇਹ ਸਾਰਾ ਕੁਛ ਚੇਂਜ ਕਰ ਦਿੱਤਾ ਗਿਆ। ਹੁਣ ਇੱਥੇ ਸਾਡੇ ਕੋਲ ਸੈਕਿੰਡ ਪੁਆਇੰਟ ਕੀ ਆਉਂਦਾ ਹੈ, ਆਲ ਦਾ ਚੇਂਜਿਸ ਸਿਗਨੀਫਿਕੈਂਟਲੀ ਆਫਟਰ 1990 ਦਿਸ ਪੀਰੀਅਡ ਸੌ ਦਾ ਰਾਈਜ਼ ਆਫ ਦਾ ਰੀਜਨਲ ਪੋਲੀਟੀਕਲ ਪਾਰਟੀਜ਼ ਇਨ ਮੈਨੀ ਸਟੇਟਸ ਆਫ ਦਾ ਕੰਟਰੀ। ਦਿਸ ਵਾਜ ਆਲਸੋ ਦਾ ਬਿਗਨਿੰਗ ਆਫ ਦਾ ਏਰਾ ਆਫ ਕੋਲੀਗੇਸ਼ਨ ਗੌਰਮੈਂਟ। ਚੇਂਜਿਸ ਕੀ ਆਈਆਂ ਕਿ ਮੰਨ ਲਓ 1990 ਤੋਂ ਪਹਿਲਾਂ ਜੋ ਗੌਰਮੈਂਟ ਬਣਦੀ ਸੀ ਉਹਨੂੰ ਮੈਜੋਰਟੀ ਜਿੰਨੀਆਂ ਸੀਟਸ ਪ੍ਰਾਪਤ ਹੋ ਜਾਂਦੀਆਂ, ਮਤਲਬ ਇੱਕ ਗੌਰਮੈਂਟ ਨੂੰ ਹੋਂਦ ਵਿੱਚ ਆਉਣ ਲਈ ਸਾਡੀਆਂ ਲੋਕ ਸਭਾ ਅਨੁਸਾਰ ਜੇਕਰ 272 ਸੀਟਸ ਪ੍ਰਾਪਤ ਹੋਣੀ ਚਾਹੀਦੀ, ਉਹਦੇ 272 ਟੂ 72 ਮਿਨਿਸਟਰਸ ਜਿੱਤ ਜਾਂਦੇ, ਕੈਂਡੀਡੇਟ ਜਿੱਤ ਕੇ ਸੈਂਟਰ ਵਿੱਚ ਪਹੁੰਚ ਜਾਂਦੇ ਸੀ ਔਰ ਉਸ ਪਾਰਟੀ ਦੀ ਸਰਕਾਰ ਬਣ ਜਾਂਦੀ। ਇਮੈਜਿਨ ਕਰ ਲਓ ਇੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ। ਸੋ ਇਹਨਾਂ ਵੱਲੋਂ ਕੀ ਕੀਤਾ ਜਾਂਦੀ, ਸਟੇਟਸ ਗੌਰਮੈਂਟ ਦੀ ਕੋਈ ਕੇਅਰ ਨਹੀਂ ਸੀ ਕੀਤੀ ਜਾਂਦੀ। ਪਰ 1990 ਤੋਂ ਬਾਅਦ ਹਮੇਸ਼ਾ ਅਜਿਹਾ ਹੁੰਦਾ ਆ ਰਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ 272 ਸੀਟਸ ਪੂਰੀਆਂ ਪ੍ਰਾਪਤ ਨਹੀਂ ਹੁੰਦੀਆਂ। 272 ਸੀਟਸ ਪੂਰੀਆਂ ਕਰਨ ਵਾਸਤੇ ਹਮੇਸ਼ਾ ਉਹਨਾਂ ਨੂੰ ਸਟੇਟ ਗੌਰਮੈਂਟ ਦੀ ਹੈਲਪ ਲੈਣੀ ਪੈਂਦੀ ਹੈ। ਜਿਸ ਤਰ੍ਹਾਂ ਹੁਣ ਸਾਡੇ ਦੇਸ਼ ਦੀਆਂ ਜੋ ਵੱਡੀਆਂ ਪਾਰਟੀਆਂ ਨੇ UPA ਐਂਡ NDA। UPA ਮੀਨਜ਼ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ, ਕਿ ਇਹ ਕਾਂਗਰਸ ਦੀ ਪਾਰਟੀ ਵੱਲੋਂ ਅਲਾਇੰਸ ਗੱਠਜੋੜ ਬਣਾਇਆ ਗਿਆ ਹੈ ਆਪਣੀਆਂ ਹੋਰ ਖੇਤਰੀ ਪਾਰਟੀਆਂ ਦੇ ਨਾਲ।
NDA ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਇਹਨਾਂ ਵੱਲੋਂ ਆਪਣੀ ਵਿਚਾਰਧਾਰਾ ਦੇ ਨਾਲ ਜੋ ਲੋਕ ਇਹਨਾਂ ਦੀ BJP ਦੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਜਾਂ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਸੀ, ਇਹਨਾਂ ਵੱਲੋਂ ਆਪਣਾ ਇੱਕ ਗੱਠਜੋੜ ਸੰਗਠਨ ਬਣਾ ਲਿਆ ਗਿਆ। ਸੋ ਹੁਣ ਕਹਿਣ ਦਾ ਭਾਵ ਕਿ ਕਾਂਗਰਸ ਨੂੰ ਇਕੱਲੀ ਨੂੰ ਜਦੋਂ ਇੱਕ ਦੇਸ਼ ਦੇ ਵਿੱਚ ਸਮਰਥਨ ਜਾਂ ਪੂਰੀਆਂ ਮੈਜੋਰਟੀ ਸੀਟਸ ਮਿਲਣੀਆਂ ਔਖੀਆਂ ਹੋ ਗਈਆਂ ਜਾਂ ਮਿਲਣੀਆਂ ਬੰਦ ਹੋ ਗਈਆਂ, ਫਿਰ ਇੱਕ ਸਟੇਟ ਦੇ ਵਿੱਚ ਜੋ ਲੋਕ, ਜਿਵੇਂ ਅਸੀਂ ਅਕਾਲੀ ਦਲ ਨੂੰ ਵੋਟਾਂ ਪਾ ਦਈਏ ਜਾਂ ਇੱਥੇ ਆਮ ਆਦਮੀ ਪਾਰਟੀ ਆ ਉਹਨੂੰ ਵੋਟਾਂ ਪਾ ਦਈਏ, ਉਹ ਕੈਂਡੀਡੇਟ ਜਿੱਤ ਜਾਂਦੇ ਆ। ਉਹ ਕੈਂਡੀਡੇਟ ਮੰਨ ਲਓ ਸਾਡੀ ਸਟੇਟ ਦੇ ਵਿੱਚੋਂ 5 ਕੈਂਡੀਡੇਟ ਜਿੱਤ ਗਏ ਆ ਔਰ ਉੱਥੇ ਕਿਸੇ ਪਾਰਟੀ ਕੋਲ 268 ਸੀਟਸ ਹੈਗੀਆਂ ਨੇ ਔਰ ਉਸ ਨੂੰ ਮੈਜੋਰਟੀ ਵਾਸਤੇ 272 ਸੀਟਸ ਚਾਹੀਦੀਆਂ ਨੇ। ਅਗਰ ਅਸੀਂ ਇਹ 5 ਸੀਟਸ ਜਿਹੜੀਆਂ ਵਾ, ਇਹਨਾਂ 5 ਵਾਲੇ ਨੂੰ ਪਤਾ ਕਿ ਮੇਰੀ ਸਰਕਾਰ ਤਾਂ ਬਣ ਨਹੀਂ ਸਕਦੀ, ਇਹ 5 ਵਾਲਾ ਹੁਣ ਅਗਰ ਆਪਣੀਆਂ ਸੀਟਸ ਇਸ ਗੌਰਮੈਂਟ ਨੂੰ ਦੇ ਦੇਗਾ ਅਤੇ ਉਸ ਦੀਆਂ ਸੀਟਸ ਟੋਟਲ ਹੋ ਜਾਣਗੀਆਂ 273। ਸੋ ਹੁਣ ਇਹ ਗੌਰਮੈਂਟ ਇਹ ਪਾਰਟੀ ਫਿਰ ਹੀ ਸਰਕਾਰ ਬਣਾ ਸਕਦੀ ਹੈ ਅਗਰ ਇਹ 5 ਜਾਣੇ ਇਹਨਾਂ ਨੂੰ ਆਪਣਾ ਸਮਰਥਨ ਦੇ ਦੇਣ। ਹੁਣ ਇਹ ਜਿਹੜੀ ਵੀ ਪਾਰਟੀ, ਇਮੈਜਿਨ ਕਰ ਲਓ ਇੱਥੇ ਅਸੀਂ ਆਮ ਆਦਮੀ ਪਾਰਟੀ ਲਿਖਦੇ, ਇਹ ਪਾਰਟੀ ਨੇ ਸਮਰਥਨ ਦਿੱਤਾ ਕਾਂਗਰਸ ਨੂੰ। ਇਹ ਕਾਂਗਰਸ ਪਲੱਸ ਆਮ ਆਦਮੀ ਜੋ ਇਕੱਠੀ ਗੌਰਮੈਂਟ ਹੋਏਗੀ ਉਹਨੂੰ ਅਸੀਂ ਕੋਲੀਏਸ਼ਨ ਗੌਰਮੈਂਟ, ਗੱਠਜੋੜ ਸਰਕਾਰ ਬੋਲਾਂਗੇ। ਹੁਣ ਸਟੇਟਸ ਗੌਰਮੈਂਟ ਨੂੰ ਜਿਹੜਾ ਫਾਇਦਾ ਕੀ ਹੋਇਆ ਇਸ ਦੇ ਨਾਲ ਕਿ ਹਰੇਕ ਸਟੇਟ ਦੇ ਵਿੱਚ ਅਜਿਹੀਆਂ ਕੋਈ ਖੇਤਰੀ ਪਾਰਟੀਆਂ ਨੇ ਜਿਨ੍ਹਾਂ ਦੀ ਰੈਪੂਟੇਸ਼ਨ ਸੈਂਟਰ ਗੌਰਮੈਂਟ ਦੇ ਨਾਲੋਂ ਜ਼ਿਆਦਾ ਹੈ। ਮਤਲਬ ਜਿਸ ਤਰ੍ਹਾਂ ਹੁਣ ਪੱਛਮੀ ਬੰਗਾਲ ਦੀ ਗੱਲ ਕਰੀਏ, ਉੱਥੇ ਮਮਤਾ ਬੈਨਰਜੀ ਦੀ ਸਰਕਾਰ ਆ, ਉੱਥੋਂ ਦੇ ਲੋਕ ਨਰਿੰਦਰ ਮੋਦੀ ਜਾਂ ਕਾਂਗਰਸ ਦੀ ਜੋ ਸੋਨੀਆ ਗਾਂਧੀ ਹੈ ਇਹਨਾਂ ਵੱਲ ਨਹੀਂ ਦੇਖਦੇ, ਇਹਨਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਆਪਣੀ ਸਟੇਟ ਦੀ ਜੋ ਮਿਨਿਸਟਰ ਆ ਮਮਤਾ ਬੈਨਰਜੀ ਇਸ ਨੂੰ। ਤਾਂ ਹੁਣ ਪੱਛਮੀ ਬੰਗਾਲ ਦੀਆਂ 30+ ਸੀਟਸ ਨੇ, ਜਿਸ ਵੀ ਹੁਣ ਇਹ 30+ ਸੀਟਸ ਅਗਰ ਉੱਥੇ ਕਾਂਗਰਸ ਵੀ ਹਾਰ ਜਾਂਦੀ ਹੈ, BJP ਵੀ ਹਾਰ ਜਾਂਦੀ ਹੈ, ਇਹ 30+ ਸੀਟਸ ਮਿਲ ਜਾਂਦੀਆਂ ਉੱਥੋਂ ਦੀ ਮਮਤਾ ਬੈਨਰਜੀ ਨੂੰ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ। ਹੁਣ ਇਹ 30 ਸੀਟਸ ਜੋ ਵੀ ਗੌਰਮੈਂਟ, ਜੋ ਵੀ ਸਰਕਾਰ ਜਾਂ ਪਾਰਟੀ ਲੈ ਲੇਗੀ, ਉਸ ਦੀ ਆਪਣੀ ਗਿਣਤੀ ਜਿਹੜੀ ਆ ਵੱਧ ਹੋ ਜਾਏਗੀ। ਹੁਣ ਉਹਨਾਂ ਨੂੰ ਕਹਿਣ ਦਾ ਭਾਵ ਕਿ ਆਪਣੀਆਂ ਜੋ ਸੀਟਸ ਇਨਕਰੀਜ਼ ਕਰਨ ਵਾਸਤੇ ਸਟੇਟ ਗੌਰਮੈਂਟ ਦੇ ਉੱਪਰ ਡਿਪੈਂਡ ਰਹਿਣਾ ਪਿਆ ਔਰ ਇਨ ਫਿਊਚਰ ਵੀ ਇਹ ਇਕੱਠੇ ਮਿਲ ਕੇ ਸਰਕਾਰ ਬਣਾ ਸਕਦੇ ਆ। ਇਨ ਫਿਊਚਰ ਇਹਨਾਂ ਨੇ ਸਰਕਾਰ ਇਕੱਠੇ ਮਿਲ ਕੇ ਬਣਾਉਣੀ ਹੈ ਜਾਂ ਨਹੀਂ ਬਣਾਉਣੀ, ਇਹ ਜ਼ਰੂਰੀ ਨਹੀਂ ਕਿ ਜੋ 5 ਬੰਦਿਆਂ ਨੇ ਜਾਂ 30 ਆਪਾਂ ਸੀਟਸ ਦੀ ਇੱਥੇ ਗੱਲ ਕਰਦੇ ਪਏ ਹਾਂ ਕਿ ਇਹਨੇ ਇਸ ਵਾਰ ਜਿਹੜਾ ਕਾਂਗਰਸ ਨੂੰ ਜਿਹੜਾ ਵਾ ਆਪਣਾ ਸਮਰਥਨ ਦਿੱਤਾ ਕਿ ਨੈਕਸਟ ਟਾਈਮ ਇਹ ਕਾਂਗਰਸ ਨੂੰ ਸਮਰਥਨ ਦੇਣ ਜਾਂ ਨਾ ਦੇਣ, ਨੈਕਸਟ ਟਾਈਮ 'ਤੇ ਇਹਨਾਂ ਦੀ ਆਪਣੀ ਮਰਜ਼ੀ ਹੋਏਗੀ ਅਸੀਂ ਕਿਹੜੀ ਪਾਰਟੀ ਨੂੰ ਇਹ ਸਮਰਥਨ ਦੇਣਾ ਹੈ। ਸਮਰਥਨ ਦੀ ਲੋੜ ਜ਼ਿਆਦਾਤਰ ਉਦੋਂ ਹੀ ਪੈਂਦੀ ਹੈ ਜਦੋਂ ਕਿਸੇ ਪਾਰਟੀ ਨੂੰ ਆਪਣੀ ਮੈਜੋਰਟੀ ਪ੍ਰਾਪਤ ਨਹੀਂ ਹੁੰਦੀ। ਮੈਜੋਰਟੀ ਮਤਲਬ ਸਰਕਾਰ ਬਣਾਉਣ ਵਾਸਤੇ ਘੱਟੋ ਘੱਟ ਜੇਕਰ 272 ਜਾਂ ਪਲੱਸ ਸੀਟਸ ਚਾਹੀਦੀਆਂ, ਉਨੀਆਂ ਸੀਟਸ ਇੱਕ ਗੌਰਮੈਂਟ ਨੂੰ ਨਹੀਂ ਪ੍ਰਾਪਤ ਹੁੰਦੀਆਂ। ਹੁਣ ਪਿਛਲੇ ਕੁਝ 10 ਸਾਲਾਂ ਤੋਂ, ਜਿਸ ਤਰ੍ਹਾਂ ਪਿਛਲੇ 7-8 ਸਾਲਾਂ ਤੋਂ ਜਾਂ BJP ਹੋਂਦ ਦੇ ਵਿੱਚ ਆਈ ਹੈ, BJP ਦੇ ਕੋਲ ਆਪਣੀਆਂ 272 ਸੀਟਸ ਤੋਂ ਵੱਧ ਸੀਟਸ ਹੁੰਦੀਆਂ, ਇਸ ਕਰਕੇ ਇਹਨਾਂ ਨੂੰ ਕਿਸੇ ਦੀ ਵੀ ਸਮਰਥਨ ਦੀ ਲੋੜ ਨਹੀਂ ਆ। ਪਰ ਫਿਰ ਵੀ ਜਿਸ ਤਰ੍ਹਾਂ ਅਕਾਲੀ ਦਲ ਦੀਆਂ ਪੰਜਾਬ ਦੇ ਵਿੱਚ ਸੀਟਸ ਹੁੰਦੀਆਂ ਨੇ, ਅਕਾਲੀ ਦਲ ਨੇ ਆਪਣੀਆਂ ਸੀਟਸ ਦਿੱਤੀਆਂ ਨੇ, ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਦੀ ਗੌਰਮੈਂਟ ਨੇ ਆਪਣੀਆਂ ਸੀਟਸ ਦਿੱਤੀਆਂ ਨੇ, ਜਿਸ ਦੇ ਕਰਕੇ ਇਹਨਾਂ ਦੇ ਕੋਲ 330+ ਸੀਟਸ ਲੋਕ ਸਭਾ ਦੇ ਵਿੱਚ ਮੌਜੂਦ ਨੇ। ਮਤਲਬ ਇਹਨਾਂ ਦੇ ਵਿੱਚੋਂ ਕੁਝ ਹੁਣ ਮਿਨਿਸਟਰ ਰਿਜ਼ਾਈਨ ਵੀ ਕਰ ਜਾਂਦੇ ਆ ਜਾਂ ਉਹ ਕਿਸੇ ਵੀ ਤਰ੍ਹਾਂ ਪਾਰਟੀ ਨੂੰ ਛੱਡ ਵੀ ਦਿੰਦੇ ਆ। ਇਹ ਗੌਰਮੈਂਟ ਉਨਾ ਚਿਰ ਨਹੀਂ ਡਿੱਗ ਸਕਦੀ ਜਿੰਨਾ ਚਿਰ ਇਹਦੀਆਂ ਸੀਟਸ 272 ਤੋਂ ਥੱਲੇ ਨਾ ਹੋਣਗੀਆਂ। ਸੋ ਜਦੋਂ ਹੁਣ ਸੈਂਟਰ ਦੀਆਂ ਪਾਰਟੀ ਜੋ ਵੱਡੀਆਂ ਪਾਰਟੀਆਂ ਸੀ ਸਾਡੇ ਦੇਸ਼ ਦੀਆਂ, ਉਹਨਾਂ ਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਕਿ ਸਾਨੂੰ ਇਕੱਲਿਆਂ ਨੂੰ ਸਮਰਥਨ ਪ੍ਰਾਪਤ ਨਹੀਂ ਹੁੰਦਾ, ਅਸੀਂ ਇਕੱਲੇ ਮੈਜੋਰਟੀ ਦੇ ਵਿੱਚ ਨਹੀਂ ਆਉਂਦੇ, ਸਾਨੂੰ ਸਟੇਟਸ ਗੌਰਮੈਂਟ ਦੇ ਉੱਪਰ ਡਿਪੈਂਡ ਰਹਿਣਾ ਪੈਂਦਾ ਹੈ। ਹੁਣ ਉਹਨਾਂ ਨੇ ਸਟੇਟਸ ਗੌਰਮੈਂਟ ਨੂੰ ਵੱਧ ਅਧਿਕਾਰ ਦੇ ਕੇ ਉਹਨਾਂ ਦੇ ਨਾਲ ਫਰੈਂਡਸ਼ਿਪ, ਇੱਕ ਦੋਸਤਾਨਾ ਸੰਬੰਧ ਕਾਇਮ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਜਦ ਕਿ ਉਹ ਇਹਨਾਂ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਕੇ ਹਮੇਸ਼ਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਡੀਸੈਂਟਰਲਾਈਜੇਸ਼ਨ ਇਨ ਇੰਡੀਆ। ਡੀਸੈਂਟਰਲਾਈਜੇਸ਼ਨ ਕੀ ਹੁੰਦਾ ਹੈ? ਵੈਨ ਪਾਵਰ ਇਜ਼ ਟੇਕਨ ਅਵੇ ਫਰੋਮ ਦਾ ਸੈਂਟਰਲ ਐਂਡ ਸਟੇਟ ਗੌਰਮੈਂਟ ਐਂਡ ਗਿਵਨ ਟੂ ਦਾ ਲੋਕਲ ਗੌਰਮੈਂਟਸ। ਡੀਸੈਂਟਰਲਾਈਜੇਸ਼ਨ ਵਿਕੇਂਦਰੀਕਰਨ ਕੀ ਹੈ? ਜਦੋਂ ਪਾਵਰਸ ਸੈਂਟਰ ਗੌਰਮੈਂਟ ਦੇ ਕੋਲੋਂ ਸਟੇਟ ਗੌਰਮੈਂਟ ਨੂੰ ਔਰ ਸਟੇਟ ਗੌਰਮੈਂਟ ਤੋਂ ਅੱਗੇ ਲੋਕਲ ਗੌਰਮੈਂਟਸ ਨੂੰ ਪ੍ਰੋਵਾਈਡ ਕਰ ਦਿੱਤੀਆਂ ਜਾਣ। ਡੀਸੈਂਟਰਲਾਈਜੇਸ਼ਨ ਕਰਨ ਦੀ ਲੋੜ ਕਿਉਂ ਪਈ ਇੰਡੀਆ ਦੇ ਵਿੱਚ? ਵਾਸਟਨੈਸ ਆਫ ਸਟੇਟਸ ਇਨ ਸਾਈਜ਼ ਐਂਡ ਪੋਪੂਲੇਸ਼ਨ, ਇੰਟਰਨਲੀ ਡਿਵਰਸ
ਨੀਡ ਫਾਰ ਪਾਵਰ ਸ਼ੇਅਰਿੰਗ। ਵਾਸਟਨੈਸ ਆਫ ਸਟੇਟ ਇਨ ਸਾਈਜ਼, ਮਤਲਬ ਕੋਈ ਸਟੇਟਸ ਜਿਹੜੀਆਂ ਬਹੁਤ ਵੱਡੀਆਂ ਨੇ, ਇਹਨਾਂ ਦੀ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਕੁਝ ਸਟੇਟਸ ਸਾਡੇ ਕੋਲ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਦਾ ਸਾਈਜ਼ ਇੱਕ ਯੂਰਪ ਦੇ ਵਿੱਚ ਇੰਡੀਪੈਂਡੈਂਟ ਆਜ਼ਾਦ ਕੰਟਰੀ ਜਿੰਨਾ ਹੈ। ਅਗਰ ਸਾਡੇ ਕੋਈ ਦੋਸਤ ਜਾਂ ਰਿਲੇਟਿਵ ਬਾਹਰ ਗਏ ਹੋਣ, ਫੋਰਨ ਗਏ ਹੋਣ, ਕੋਈ ਨਿਊਜ਼ੀਲੈਂਡ ਜਾਂ ਕਿਤੇ ਵੀ ਇੰਗਲੈਂਡ ਵਗੈਰਾ ਗਏ ਆ, ਉੱਥੋਂ ਅੱਗੇ ਉਹਨਾਂ ਨੂੰ ਅਸੀਂ ਪੁੱਛੀਏ ਤੁਹਾਡਾ ਇਹ ਕੰਟਰੀ ਕਿਵੇਂ ਦਾ, ਫੋਰਨ ਕੰਟਰੀ ਕਿਵੇਂ ਦਾ, ਕਿੱਦਾਂ ਦਾ ਏਰੀਆ, ਉਹ ਸਾਨੂੰ ਦੱਸਦੇ ਇਹ ਛੋਟਾ ਜਿਹਾ ਕੰਟਰੀ ਆ, ਛੋਟਾ ਜਿਹਾ ਕੰਟਰੀ ਆ। ਛੋਟਾ ਜਿਹਾ ਕੰਟਰੀ ਦੇ ਕਹਿਣ ਦਾ ਭਾਵ ਕਿ ਇਹਨਾਂ ਦਾ ਏਰੀਆ ਸਾਡੀਆਂ ਸਟੇਟਸ ਵਰਗਾ ਹੈ। ਜਿੰਨੀ ਕੁ ਸਾਡੀ ਸਟੇਟਸ ਹੁੰਦੀ ਆ ਉਹਨਾਂ ਕਿ ਕੰਟਰੀ ਹੁੰਦਾ ਹੈ। ਇੱਥੇ ਸਾਨੂੰ ਉਹਨਾਂ ਬੁੱਕ ਦੇ ਵਿੱਚ ਕੁਝ ਐਗਜ਼ਾਮਪਲਸ ਦਿੱਤੀਆਂ ਨੇ, ਜਿਵੇਂ ਉੱਤਰ ਪ੍ਰਦੇਸ਼ ਦੀ ਐਗਜ਼ਾਮਪਲ ਦਿੱਤੀ ਹੈ ਕਿ ਉੱਤਰ ਪ੍ਰਦੇਸ਼ ਇਜ਼ ਬਿਗਰ ਦੈਨ ਰਸ਼ੀਆ ਇਨ ਟਰਮ ਆਫ ਪਾਪੂਲੇਸ਼ਨ, ਕਿ ਪਾਪੂਲੇਸ਼ਨ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਦੀ ਪਾਪੂਲੇਸ਼ਨ ਰਸ਼ੀਆ ਤੋਂ ਜ਼ਿਆਦਾ ਹੈ। ਮਹਾਰਾਸ਼ਟਰ ਇਜ਼ ਅਬਾਊਟ ਐਜ਼ ਏ ਬਿਗ ਐਜ਼ ਏ ਜਰਮਨੀ, ਮਹਾਰਾਸ਼ਟਰ ਇੰਨਾ ਵੱਡਾ ਹੈ ਜਿੰਨਾ ਕਿ ਇੱਕ ਜਰਮਨੀ ਕੰਟਰੀ। ਸੋ ਇਸੇ ਤਰੀਕੇ ਦੇ ਨਾਲ ਜੋ ਦੇਸ਼ ਸਾਡੀਆਂ ਸਟੇਟਸ ਜ਼ਿਆਦਾ ਵੱਡੀਆਂ ਨੇ, ਇਹਨਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਹੈ, ਇਸ ਨੂੰ ਕੰਟਰੋਲ ਕਰਨ ਵਾਸਤੇ ਔਰ ਸਾਰੇ ਲੋਕਾਂ ਦੇ ਇੰਟਰਸਟ ਦਾ ਖਿਆਲ ਰੱਖਣ ਵਾਸਤੇ, ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣ ਵਾਸਤੇ ਡੀਸੈਂਟਰਲਾਈਜੇਸ਼ਨ ਕੀਤਾ ਗਿਆ। ਅੱਗੇ ਲੋਕਲ ਗੌਰਮੈਂਟਸ ਬਣਾ ਕੇ ਇਹਨਾਂ ਨੂੰ ਸ਼ਕਤੀਆਂ, ਪਾਵਰਸ ਪ੍ਰੋਵਾਈਡ ਕੀਤੀਆਂ ਗਈਆਂ। ਇੰਟਰਨਲੀ ਡਿਵਰਸ, ਮਤਲਬ ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਧਰਮਾਂ ਨੂੰ, ਅਲੱਗ-ਅਲੱਗ ਕਾਸਟ ਦੇ ਨਾਲ ਸੰਬੰਧਿਤ ਲੋਕ ਰਹਿੰਦੇ ਨੇ। ਅਗਰ ਹੁਣ ਪੰਜਾਬ ਦੀ ਗੱਲ ਕਰੀਏ ਆਪਾਂ, ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਸਾਰੇ ਲੋਕ ਨੇ, ਪਰ ਪੰਜਾਬੀ ਬੋਲਣ ਵਾਲਿਆਂ ਦੇ ਵਿੱਚ ਵੀ ਅੱਗੇ ਕਈ ਕਾਸਟਿਸ, ਕਈ ਰਿਲੀਜੀਅਸ ਨੂੰ ਫੋਲੋ ਕਰਨ ਵਾਲੇ ਲੋਕ ਆ। ਇਹਨਾਂ ਸਾਰਿਆਂ ਦੇ ਇੰਟਰਸਟ ਦੇ ਆਧਾਰ 'ਤੇ ਫਿਰ ਅੱਗੇ ਸਾਨੂੰ ਇਹਨਾਂ ਦੀਆਂ ਲੋਕਲ ਗੌਰਮੈਂਟਸ ਬਣਾਉਣੀਆਂ ਪਈਆਂ। ਨੈਕਸਟ ਆ ਜਾਂਦਾ ਨੀਡ ਫਾਰ ਪਾਵਰ ਸ਼ੇਅਰਿੰਗ, ਕਿ ਸਾਨੂੰ ਪਾਵਰ ਸ਼ੇਅਰਿੰਗ ਦੀ ਜੋ ਜ਼ਰੂਰਤ ਹੁੰਦੀ ਆ ਉਸ ਲੋੜ ਨੂੰ ਪੂਰਾ ਕਰਨ ਵਾਸਤੇ ਡੀਸੈਂਟਰਲਾਈਜੇਸ਼ਨ ਕੀਤਾ ਗਿਆ। ਨੈਕਸਟ ਵੀ ਹੈ ਬੇਸਿਕ ਆਈਡੀਆ ਬਿਹਾਈਂਡ ਦਾ ਡੀਸੈਂਟਰਲਾਈਜੇਸ਼ਨ, ਕਿ ਇਸ ਦੇ ਪਿੱਛੇ ਅਸਲੀ ਬੇਸਿਕ ਆਈਡੀਆਸ ਕੀ ਸੀ, ਵਿਚਾਰ ਕੀ ਸੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਪਿੱਛੇ। ਸੋਲਵਿੰਗ ਲਾਰਜ ਨੰਬਰ ਆਫ ਪ੍ਰੋਬਲਮਸ ਐਂਡ ਇਸ਼ੂਜ਼ ਐਟ ਲੋਕਲ ਲੈਵਲਸ, ਤਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਅਤੇ ਇਸ਼ੂਜ਼ ਜੋ ਮੁੱਦੇ ਨੇ ਉਹ ਲੋਕਲ ਲੈਵਲ ਦੇ ਉੱਪਰ ਹੀ ਸੋਲਵ ਹੋ ਸਕਣ ਔਰ ਉਹਨਾਂ ਨੂੰ ਲੈ ਕੇ ਗੌਰਮੈਂਟ ਦੇ ਕੋਲ ਨਾ ਜਾਣਾ ਪਵੇ, ਕਿਉਂਕਿ ਗੌਰਮੈਂਟ ਦੇ ਕੋਲ ਬਹੁਤ ਹੀ ਪਹਿਲਾਂ ਵਰਕ ਹੁੰਦਾ ਹੈ। ਹੁਣ ਸਾਡੇ ਵਿਲੇਜ ਦੇ ਵਿੱਚ ਡਿਵੈਲਪਮੈਂਟ ਹੋਣ ਵਾਲੀ ਹੈ, ਕੋਈ ਸਾਫ਼ ਸਫਾਈ ਹੋਣ ਵਾਲੀ ਹੈ, ਸਟਰੀਟਸ ਲਾਈਟ ਖਰਾਬ ਹੈ, ਸਾਡੀਆਂ ਜੋ ਸਟਰੀਟਸ ਨੇ ਉਹ ਬਣਨ ਵਾਲੀਆਂ ਹੈ, ਜਾਂ ਸਾਡੇ ਵਿਲੇਜ ਦੇ ਵਿੱਚ ਕੋਈ ਪੋਸਟਲ ਆਫਿਸ ਦੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਪਈ ਹੈ, ਜਾਂ ਕਿਸੇ ਦਾ ਕੋਈ ਲੜਾਈ ਝਗੜਾ ਹੋ ਗਿਆ ਉਸ ਨੂੰ ਸੋਲਵ ਕਰਾਉਣਾ ਹੈ। ਇਹ ਸਾਰੀਆਂ ਪ੍ਰੋਬਲਮਸ ਅਸੀਂ ਲੋਕਲ ਤੌਰ 'ਤੇ ਸੋਲਵ ਕਰ ਸਕਦੇ ਹਾਂ, ਨਾ ਕਿ ਇਹ ਪ੍ਰੋਬਲਮ ਸਾਡੀ ਗੌਰਮੈਂਟ ਦੇ ਸੋਲਵ ਕਰਨ ਵਾਸਤੇ ਆ। ਸੋ ਅਜਿਹੀਆਂ ਜੋ ਸਾਡੀਆਂ ਲੋਕਲ ਰੋਜ਼ਾਨਾ ਦੇ ਮੁੱਦੇ ਆ, ਇਹਨਾਂ ਨੂੰ ਸੋਲਵ ਕਰਨ ਵਾਸਤੇ ਇਹ ਡੀਸੈਂਟਰਲਾਈਜੇਸ਼ਨ ਕੀਤਾ ਗਿਆ, ਲੋਕਲ ਗੌਰਮੈਂਟਸ ਬਣਾਈਆਂ ਗਈਆਂ। ਪੀਪਲ ਹੈਵ ਬੈਟਰ ਨੌਲੇਜ ਆਫ ਪ੍ਰੋਬਲਮਸ ਇਨ ਲੋਕੈਲਿਟੀਜ਼। ਹੁਣ ਸਟੇਟ ਗੌਰਮੈਂਟ ਦੇ ਵਿੱਚ ਸਾਡਾ ਜੋ CM ਹੈ ਕੈਪਟਨ ਅਮਰਿੰਦਰ ਸਿੰਘ, ਉਹ ਚੰਡੀਗੜ੍ਹ ਬੈਠਾ ਹੈ, PM ਸਾਡਾ ਦਿੱਲੀ ਦੇ ਵਿੱਚ ਬੈਠਾ ਹੈ। ਉਹਨੂੰ ਕੀ ਪਤਾ ਕਿ ਸਾਡੇ ਪਿੰਡ ਦੇ ਲੋਕ, ਜਿਵੇਂ ਸਾਡਾ ਪਿੰਡ ਆਪਾਂ ਮਹਿਤੇ ਦੀ ਗੱਲ ਕਰ ਸਕਦੇ ਹਾਂ, ਸਾਡੇ ਮਹਿਤੇ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਪੈਂਦੀ ਆ, ਕੀ ਇੱਥੇ ਘਾਟ ਆ, ਕੀ ਇੱਥੇ ਲੋਕਾਂ ਨੂੰ ਪਰੇਸ਼ਾਨੀਆਂ, ਪ੍ਰੋਬਲਮਸ ਆ ਰਹੀਆਂ ਹੈ, ਕੀ ਫੈਸਿਲਿਟੀਜ਼ ਦੀ ਲੋੜ ਆ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਕੋਈ ਪਤਾ ਨਹੀਂ, ਕਿਉਂਕਿ ਸਾਡੇ ਪੂਰੇ ਕੰਟਰੀ ਦੇ ਵਿੱਚ ਤਕਰੀਬਨ 6.5 ਲੱਖ ਪਿੰਡ ਨੇ। 6.5 ਲੱਖ ਪਿੰਡਾਂ ਦੀ 6.5 ਲੱਖ ਪਿੰਡਾਂ ਦੀ ਇੱਕ CM ਜਾਂ ਇੱਕ ਸਾਡਾ ਪ੍ਰਾਈਮ ਮਿਨਿਸਟਰ ਉਹ ਕਦੇ ਵੀ ਜਾਣਕਾਰੀ ਨਹੀਂ ਲੈ ਸਕਦਾ, ਕਦੇ ਵੀ ਉਹਨਾਂ ਦਾ ਵਰਕ ਨਹੀਂ ਕਰ ਸਕਦਾ। ਸੋ ਅਜਿਹੀਆਂ ਪ੍ਰੋਬਲਮਸ ਨੂੰ ਜਾਂ ਸਾਡੀਆਂ ਜੋ ਲੋਕੈਲਿਟੀ ਸਥਾਨਕ ਲੋੜਾਂ ਸੀ, ਉਹਨਾਂ ਪ੍ਰੋਬਲਮ ਨੂੰ ਅਸੀਂ ਸਥਾਨਕ ਪੱਧਰ 'ਤੇ ਸੋਲਵ ਕਰ ਸਕੀਏ, ਕਿਉਂਕਿ ਅਸੀਂ ਆਪਣੀਆਂ ਸਮੱਸਿਆਵਾਂ ਦਾ ਆਪ ਚੰਗੀ ਤਰ੍ਹਾਂ ਗਿਆਨ ਰੱਖਦੇ ਹਾਂ। ਇਸ ਕਰਕੇ ਡੀਸੈਂਟਰਲਾਈਜੇਸ਼ਨ ਕੀਤਾ ਗਿਆ। ਬੈਟਰ ਆਈਡੀਆਸ ਔਨ ਵੇਅਰ ਟੂ ਸਪੈਂਡ ਮਨੀ ਐਂਡ ਹਾਊ ਟੂ ਮੈਨੇਜ ਥਿੰਗਸ ਐਫੀਸ਼ੀਐਂਟਲੀ, ਕਹਿੰਦੇ ਇੱਕ ਵਧੀਆ ਅਸੀਂ ਜਦੋਂ ਆਪਣੇ ਪਿੰਡ ਦੇ ਵਿੱਚ ਦੇਖਾਂਗੇ ਸਾਨੂੰ ਕੀ ਪ੍ਰੋਬਲਮ ਸੀ, ਕੀ ਇੱਥੇ ਸਾਨੂੰ ਚਾਹੀਦਾ ਹੈ, ਉਹਦੇ ਅਨੁਸਾਰ ਅਸੀਂ ਸਾਡੇ ਕੋਲ ਇੱਕ ਬੈਟਰ ਆਈਡੀਆ, ਵਧੀਆ ਆਈਡੀਆ ਹੋਏ ਕਿ ਸਾਨੂੰ ਪੈਸਾ ਖਰਚਣ ਦੀ ਕਿੱਥੇ ਲੋੜ ਆ, ਕਿੱਥੇ ਅਸੀਂ ਪੈਸਾ ਖਰਚਣਾ ਹੈ ਜੋ ਗੌਰਮੈਂਟ ਵੱਲੋਂ ਆ ਰਿਹਾ ਹੈ। ਪੀਪਲ ਪਾਰਟੀਸਪੇਸ਼ਨ ਇਨ ਡਿਸੀਜਨ ਮੇਕਿੰਗ, ਜਦੋਂ ਅਸੀਂ ਗੌਰਮੈਂਟ ਚੁਣਦੇ ਹਾਂ, ਆਪਣੀ ਲੋਕਲ ਗੌਰਮੈਂਟ ਚੁਣ ਲੈਂਦੇ ਹਾਂ, ਉਸ ਦੇ ਵਿੱਚ ਲੋਕ ਜਦੋਂ ਆਪਣੇ ਪਿੰਡ ਦੇ ਫੈਸਲੇ ਆਪ ਕਰਦੇ ਆ, ਲੋਕਾਂ ਦੇ ਵਿੱਚ ਫੈਸਲਾ ਲੈਣ ਦੀ ਇੱਕ ਆਦਤ ਪੈਂਦੀ ਹੈ ਔਰ ਫੈਸਲਾ ਕਿਵੇਂ ਲਿਆ ਜਾ ਸਕਦਾ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਆਉਂਦੀ ਹੈ। ਟੂ ਰੀਅਲਾਈਜ਼ ਵਨ ਇੰਪੋਰਟੈਂਟ ਪ੍ਰਿੰਸੀਪਲ ਆਫ ਡੈਮੋਕ੍ਰੇਸੀ ਲੋਕਲ ਗੌਰਮੈਂਟ, ਲੋਕਤੰਤਰ ਦੇ ਸਥਾਨਕ ਸਰਕਾਰ ਦੇ ਸਿਧਾਂਤ ਨੂੰ ਸਮਝਣ ਵਾਸਤੇ। ਸੋ ਦੀਜ਼ ਆਰ ਦਾ ਆਈਡੀਆਸ ਬਿਹਾਈਂਡ ਡੀਸੈਂਟਰਲਾਈਜੇਸ਼ਨ, ਕਿ ਇਹਨਾਂ ਕਾਰਨਾਂ ਦਾ ਕਰਕੇ ਡੀਸੈਂਟਰਲਾਈਜੇਸ਼ਨ ਸ਼ਕਤੀਆਂ ਦੀ ਵੰਡ ਕੀਤੀ ਗਈ। ਨੈਕਸਟ ਆ ਜਾਂਦਾ ਸਾਡੇ ਕੋਲ ਅਮੈਂਡਿੰਗ ਦਾ ਕੌਨਸਟੀਟਿਊਸ਼ਨ, ਕਿ ਸੰਵਿਧਾਨ ਦੇ ਵਿੱਚ 1992 ਦੇ ਵਿੱਚ ਜਦੋਂ
ਸੋਧ ਕੀਤੀ ਗਈ ਆ ਉਸ ਦੇ ਅਨੁਸਾਰ ਕੀ ਆਖਿਆ ਗਿਆ ਹੈ, ਦ ਕੌਨਸਟੀਟਿਊਸ਼ਨ ਵਾਜ ਅਮੈਂਡਡ ਟੂ ਮੇਕ ਦ ਥਰਡ ਟਾਇਰ ਆਫ ਗੌਰਮੈਂਟ ਮੋਰ ਪਾਵਰਫੁਲ ਐਂਡ ਇਫੈਕਟਿਵ। 1992 ਈਸਵੀ ਦੇ ਵਿੱਚ ਸੰਵਿਧਾਨ ਵਿੱਚ ਸੋਧ ਕੀਤੀ ਗਈ ਤਾਂ ਕਿ ਗੌਰਮੈਂਟ ਦਾ ਜੋ ਥਰਡ ਟਾਇਰ ਹੈ, ਥਰਡ ਲੈਵਲ ਹੈ ਲੋਕਲ ਗੌਰਮੈਂਟ, ਉਸ ਨੂੰ ਜ਼ਿਆਦਾ ਤਾਕਤਵਰ ਅਤੇ ਪ੍ਰਭਾਵਿਤ ਬਣਾਇਆ ਜਾਵੇ। ਹਾਊ ਇਟ ਇਜ਼ ਕੌਨਸਟੀਟਿਊਸ਼ਨਲੀ ਮੈਂਡੇਟਰੀ ਟੂ ਹੋਲਡ ਰੈਗੂਲਰ ਇਲੈਕਸ਼ਨ ਟੂ ਲੋਕਲ ਗੌਰਮੈਂਟ ਬੋਡੀਜ਼। ਸੰਵਿਧਾਨ ਦੇ ਅਨੁਸਾਰ ਇਹ ਜ਼ਰੂਰੀ ਬਣਾਇਆ ਗਿਆ ਕਿ ਹਰ ਇੱਕ ਲੋਕਲ ਗੌਰਮੈਂਟ ਦੇ ਵਿੱਚ ਜੋ ਉਹਨਾਂ ਦਾ ਇੰਟਰਵਲ ਸਮਾਂ ਹੁੰਦਾ ਹੈ 5 ਸਾਲ ਦਾ, ਉਸ ਸਮੇਂ ਦੇ ਬਾਅਦ ਜ਼ਰੂਰ ਇਲੈਕਸ਼ਨ ਕਰਵਾਈ ਜਾਵੇ। ਸੀਟਸ ਆਰ ਰਿਜ਼ਰਵ ਇਨ ਦ ਇਲੈਕਟਡ ਬੋਡੀਜ਼ ਐਂਡ ਦ ਐਗਜ਼ੀਕਿਊਟਿਵ ਹੈਡਸ ਆਫ ਦੀਜ਼ ਇੰਸਟੀਟਿਊਸ਼ਨ ਫਾਰ ਦ SC ST ਐਂਡ OBC। ਜੋ ਲੋਕ ਸ਼ਡਿਊਲ ਕਾਸਟ ਜਾਂ ਸ਼ਡਿਊਲ ਟਰਾਈਬ ਜਾਂ ਅਦਰ ਬੈਕਵਰਡ ਕਲਾਸਿਸ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਵਾਸਤੇ ਹੈੱਡ ਦੇ ਤੌਰ 'ਤੇ ਜਾਂ ਆਪਣੇ ਜੋ ਪੰਚ ਚੁਣਨੇ ਹੁੰਦੇ ਆ, ਵਾਰਡ ਕਾਉਂਸਲਰ ਹੁੰਦੇ ਆ, ਉਹ ਚੁਣਨ ਵਾਸਤੇ ਇਹਨਾਂ ਦੀਆਂ ਸੀਟਸ ਰਿਜ਼ਰਵ ਰੱਖੀਆਂ ਗਈਆਂ। ਜਿਵੇਂ ਸਾਡੇ ਪਿੰਡ ਦੇ ਵਿੱਚ ਕੋਈ ਕੈਂਡੀਡੇਟਸ ਹੁੰਦੇ ਨੇ, ਜਦੋਂ ਸਾਡਾ ਵਿਲੇ ਰਿਜ਼ਰਵ ਹੋ ਜੇ, ਰਿਜ਼ਰਵ ਹੋਣ ਦਾ ਮਤਲਬ ਹੁੰਦਾ ਤੁਹਾਡੇ ਏਰੀਏ ਦੇ ਵਿੱਚ ਜਨਰਲ ਕੈਟੇਗਰੀ ਦਾ ਕੈਂਡੀਡੇਟ ਇਲੈਕਸ਼ਨ ਨਹੀਂ ਲੜ ਸਕਦਾ, ਤੁਹਾਡੇ ਏਰੀਏ ਦੇ ਵਿੱਚ ਰਿਜ਼ਰਵ ਕੈਟੇਗਰੀ ਦਾ ਕੈਂਡੀਡੇਟ ਹੀ ਇਲੈਕਸ਼ਨ ਲੜ ਸਕਦਾ ਹੈ। ਰਿਜ਼ਰਵ ਕੈਟੇਗਰੀ ਦਾ ਕੈਂਡੀਡੇਟ ਕੀ ਹੋ ਸਕਦਾ, SC ਹੈ, ST ਹੈ, OBC, ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਸਾਡੇ ਲੋਕੈਲਿਟੀ 'ਤੇ, ਕਿਉਂਕਿ ਸ਼ਡਿਊਲ ਟਰਾਈਬ ਸਾਡੇ ਪਿੰਡਾਂ ਦੇ ਵਿੱਚ ਹੁਣ ਕਬੀਲਿਆਂ ਦੇ ਨਾਲ ਸੰਬੰਧਿਤ ਲੋਕ ਨਹੀਂ ਹੈਗੇ, ਇਸ ਕਰਕੇ ਇੱਥੇ ਸ਼ਡਿਊਲ ਟਰਾਈਬਸ ਦੀ ਸੀਟਸ ਰਿਜ਼ਰਵ ਨਹੀਂ ਹੋਏਗੀ। ਸਾਡੇ ਪਿੰਡ ਦੇ ਵਿੱਚ ਸੀਟਸ ਰਿਜ਼ਰਵ ਹੋ ਸਕਦੀ ਹੈ ਸ਼ਡਿਊਲ ਕਾਸਟ ਵਾਸਤੇ ਜਾਂ OBC ਅਦਰ ਬੈਕਵਰਡ ਕਲਾਸਿਸ ਦੇ ਪੀਪਲਸ ਵਾਸਤੇ। ਐਟ ਲੀਸਟ 1/3 ਆਫ ਆਲ ਪੋਜੀਸ਼ਨਸ ਆਰ ਰਿਜ਼ਰਵ ਫਾਰ ਵੂਮੈਨਸ। ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੇਡੀਜ਼ ਨੂੰ ਸਰਪੰਚ ਬਣਾਇਆ ਜਾਂਦਾ ਹੈ। ਉਹ ਬਣਾਇਆ ਕਿਉਂ ਜਾਂਦਾ, ਕੋਈ ਵੀ ਚਾਹੁੰਦਾ ਨਹੀਂ ਕਿ ਅਸੀਂ ਲੇਡੀਜ਼ ਨੂੰ ਅੱਗੇ ਕਰੀਏ, ਉਹ ਬਣਾਉਣਾ ਤਾਂ ਪੈਂਦਾ ਕਿਉਂਕਿ ਕੌਨਸਟੀਟਿਊਸ਼ਨ ਦੇ ਅਨੁਸਾਰ, ਸੰਵਿਧਾਨ ਦੇ ਅਨੁਸਾਰ ਵੂਮੈਨਸ ਵਾਸਤੇ 33% 100 ਦੇ ਵਿੱਚੋਂ 33 1/3 ਮਤਲਬ 33% ਸੀਟਸ ਰਿਜ਼ਰਵ ਕੀਤੀਆਂ ਗਈਆਂ ਕਿ ਅਸੀਂ ਅਗਰ 100 ਪਿੰਡਾਂ ਦੇ ਵਿੱਚ ਇਲੈਕਸ਼ਨ ਕਰਾਈਏ, 100 ਪਿੰਡਾਂ ਵਿੱਚੋਂ 33 ਵਿਲੇਜਿਸ ਅਜਿਹੇ ਹੋਣੇ ਚਾਹੀਦੇ ਜਿੱਥੇ ਕੈਂਡੀਡੇਟ ਜਿਹੜੀ ਆ ਵੂਮਨ ਹੋਏਗੀ। ਨੈਕਸਟ ਆ ਜਾਂਦਾ ਹੈ ਸਾਡੇ ਕੋਲ ਐਨ ਇੰਡੀਪੈਂਡੈਂਟ ਇੰਸਟੀਟਿਊਸ਼ਨ ਕਾਲਡ ਦਾ ਸਟੇਟ ਇਲੈਕਸ਼ਨ ਕਮਿਸ਼ਨ ਹੈਜ਼ ਬੀਨ ਕ੍ਰੀਏਟਡ। ਜਿਸ ਤਰ੍ਹਾਂ ਸੈਂਟਰ ਗੌਰਮੈਂਟ ਦੇ ਕੋਲ ਪੂਰੇ ਦੇਸ਼ ਦਾ ਇੱਕ ਇਲੈਕਸ਼ਨ ਕਮਿਸ਼ਨ ਹੈ ਜੋ ਕਿ ਸਾਡੀਆਂ ਲੋਕ ਸਭਾ ਦੀ ਇਲੈਕਸ਼ਨ ਕਰਵਾਉਂਦਾ, ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਕਰਵਾਉਂਦਾ ਹੈ। ਇਸੇ ਤਰੀਕੇ ਨਾਲ ਇੱਕ ਸੇਮ ਅਲੱਗ ਸੰਸਥਾ ਦਾ ਨਿਰਮਾਣ ਕੀਤਾ ਗਿਆ ਜਿਸ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਬੋਲਿਆ ਗਿਆ। ਇਸ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਕਿ ਆਪਣੀ ਸਟੇਟ ਜਿੱਥੋਂ ਦਾ ਇਹਨੂੰ ਕਾਰਜਭਾਰ ਵਰਕ ਸੌਂਪਿਆ ਗਿਆ, ਉਸ ਸਟੇਟ ਦੇ ਵਿੱਚ ਜੋ ਵੀ ਇਲੈਕਸ਼ਨਸ ਹੋਣ ਵਾਲੀਆਂ ਨੇ, ਸਟੇਟ ਗੌਰਮੈਂਟ ਦੀ ਇਲੈਕਸ਼ਨ ਹੋਣੀ ਹੈ ਜਾਂ ਉੱਥੇ ਪੰਚਾਇਤੀ ਇਲੈਕਸ਼ਨ ਹੋਣੀਆਂ ਜਾਂ ਮਿਊਨਸਿਪਲ ਦੀ ਇਲੈਕਸ਼ਨ ਹੋਣੀ ਹੈ, ਇਹ ਸਾਰੀਆਂ ਇਲੈਕਸ਼ਨਾਂ ਨੂੰ ਹੈਲਡ ਕਰਨਾ। ਔਰ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਪੰਚਾਇਤੀ। ਸਾਡੇ ਕੋਲ ਲੋਕਲ ਗੌਰਮੈਂਟਸ ਕੀ ਹੁੰਦੀਆਂ ਨੇ, ਇਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਲੋਕਲ ਗੌਰਮੈਂਟਸ ਜਿਵੇਂ ਅਸੀਂ ਵਿਲੇਜ ਦੇ ਵਿੱਚ ਰਹਿੰਦੇ ਹਾਂ, ਇੱਕ ਸਾਡੇ ਕੋਲ ਹੁੰਦੀ ਹੈ ਵਿਲੇਜ ਲੈਵਲ 'ਤੇ, ਪਿੰਡਾਂ ਦੇ ਲੈਵਲ 'ਤੇ ਕੀ ਹੁੰਦੀ ਹੈ ਗ੍ਰਾਮ ਪੰਚਾਇਤ। ਗ੍ਰਾਮ ਪੰਚਾਇਤ ਮਤਲਬ ਸਾਡੇ ਪਿੰਡ ਦੀ ਜੋ ਪੰਚਾਇਤ ਹੈ, ਫਾਊਂਡ ਬਾਏ ਦਾ ਗ੍ਰਾਮ ਸਭਾ। ਬਣਾਇਆ ਕਿਹਦੇ ਵੱਲੋਂ ਜਾਂਦਾ ਹੈ, ਗ੍ਰਾਮ ਸਭਾ, ਮਤਲਬ ਪਿੰਡ ਦੇ ਲੋਕਾਂ ਵੱਲੋਂ, ਜੋ ਅਡਲਟ ਲੋਕ ਹੁੰਦੇ, ਬਾਲਿਗ ਲੋਕ ਹੁੰਦੇ, ਉਹਨਾਂ ਵੱਲੋਂ ਵੋਟਾਂ ਪਾ ਕੇ ਇਸ ਨੂੰ ਚੁਣਿਆ ਜਾਂਦਾ ਹੈ। ਇਸ ਦਾ ਹੈੱਡ ਕੌਣ ਹੁੰਦਾ ਹੈ, ਸਰਪੰਚ। ਨੈਕਸਟ ਸਾਡੇ ਕੋਲ ਆ ਜਾਂਦਾ ਬਲੋਕ ਲੈਵਲ। ਜਿਵੇਂ ਸਾਡਾ ਇੱਕ ਡਿਸਟ੍ਰਿਕਟ ਹੁੰਦਾ ਹੈ, ਤਹਿਸੀਲ ਹੁੰਦੀ, ਉਵੇਂ ਸਾਡਾ ਬਲੋਕ ਹੁੰਦਾ ਹੈ। ਬਲੋਕ ਲੈਵਲ ਦੀ ਇਲੈਕਸ਼ਨ ਨੂੰ ਬੋਲਦੇ ਹਾਂ ਆਪਾਂ ਪੰਚਾਇਤ ਸਮਿਤੀ। ਇਸ ਇਲੈਕਸ਼ਨ ਦੇ ਵਿੱਚ ਆਪਾਂ ਡਾਇਰੈਕਟਲੀ ਵੋਟਾਂ ਨਹੀਂ ਪਾਉਂਦੇ, ਇਸ ਪੰਚਾਇਤ ਸਮਿਤੀ ਨੂੰ ਚੁਣਨ ਵਾਸਤੇ ਵੋਟਾਂ ਪਾਉਂਦੇ ਆ ਜੋ ਸਾਡੇ ਪੰਚ ਅਤੇ ਸਰਪੰਚ ਅਸੀਂ ਚੁਣੇ ਹੁੰਦੇ ਆਪਣੇ ਪਿੰਡ ਵਿੱਚੋਂ। ਹਰੇਕ ਪਿੰਡ ਦੇ ਜੋ ਕੌਂਸਲਰ ਹੁੰਦੇ ਆ, ਆਪਣੇ ਪੰਚ ਹੁੰਦੇ ਆ ਜਾਂ ਪੰਚਾਇਤ ਦੇ ਹੋਰ ਮੈਂਬਰਸ ਹੁੰਦੇ, ਉਹ ਸਾਰੇ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ। ਇਹਨਾਂ ਦਾ ਹੈੱਡ ਹੁੰਦਾ ਹੈ BDO। BDO ਮੀਨਸ ਬਲੋਕ ਡਿਵੈਲਪਮੈਂਟ ਆਫਿਸਰ। ਨੈਕਸਟ ਸਾਡੇ ਕੋਲ ਲੋਕਲ ਤੌਰ 'ਤੇ ਗੌਰਮੈਂਟ ਆ ਜਾਂਦੀ ਹੈ ਡਿਸਟ੍ਰਿਕਟ ਲੈਵਲ ਦੀ। ਇੱਕ ਸਾਡਾ ਵਿਲੇਜ ਹੋ ਗਿਆ, ਸੈਕਿੰਡ 'ਤੇ ਬਲੋਕ ਹੋ ਗਿਆ, ਥਰਡ ਇਸ ਤੋਂ ਉੱਪਰ ਆਉਂਦਾ ਹੈ ਡਿਸਟ੍ਰਿਕਟ ਲੈਵਲ। ਡਿਸਟ੍ਰਿਕਟ ਲੈਵਲ ਦੇ ਵਿੱਚ ਕੀ ਹੁੰਦੀ ਹੈ, ਜ਼ਿਲ੍ਹਾ ਪ੍ਰੀਸ਼ਦ। ਜਿਸ ਤਰ੍ਹਾਂ ਸਾਡੇ ਗ੍ਰਾਮ ਪੰਚਾਇਤ ਡਿਸਟ੍ਰਿਕਟ ਲੈਵਲ 'ਤੇ ਹੁੰਦੀ ਹੈ ਜ਼ਿਲ੍ਹਾ ਪ੍ਰੀਸ਼ਦ। ਫਾਊਂਡ ਬਾਈ ਇਲੈਕਟਡ ਮੈਂਬਰਸ ਐਂਡ ਹੈਵ ਮੈਂਬਰਸ ਆਫ ਲੋਕ ਸਭਾ ਐਂਡ MLA ਆਫ ਦਾ ਡਿਸਟ੍ਰਿਕਟ। ਕਿ ਜੋ ਮੈਂਬਰਸ ਅਸੀਂ ਗ੍ਰਾਮ ਪੰਚਾਇਤ ਔਰ ਪੰਚਾਇਤ ਸਮਿਤੀ ਦੇ ਵਿੱਚ ਚੁਣੇ ਹੁੰਦੇ, ਇਹਨਾਂ ਦੋਨਾਂ ਵੱਲੋਂ ਰਲ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਆਪਣੇ ਡਿਸਟ੍ਰਿਕਟ ਦਾ ਉਸ ਹਲਕੇ ਦਾ MLA ਵੀ ਇਸ ਦਾ ਮੈਂਬਰ ਹੋ ਸਕਦਾ ਹੈ। ਡਿਸਟ੍ਰਿਕਟ ਲੈਵਲ 'ਤੇ ਜੋ ਗੌਰਮੈਂਟ ਲੋਕਲ ਰੂਰਲ ਗੌਰਮੈਂਟ ਹੁੰਦੀ ਸਾਡੇ ਕੋਲ ਜ਼ਿਲ੍ਹਾ ਪ੍ਰੀਸ਼ਦ, ਇਸ ਦਾ ਹੈੱਡ ਹੁੰਦਾ ਹੈ ਜ਼ਿਲ੍ਹਾ ਚੇਅਰਪਰਸਨ। ਨੈਕਸਟ ਸਾਡੇ ਕੋਲ ਹੁਣ ਆ ਜਾਏਗਾ
ਲੋਕਲ ਗੌਰਮੈਂਟ ਅਰਬਨਸ। ਪਹਿਲਾਂ ਅਸੀਂ ਗੱਲ ਕੀਤੀ ਕਿ ਪਿੰਡਾਂ ਦੇ ਵਿੱਚ ਜੋ ਪੰਚਾਇਤਾਂ ਹੁੰਦੀਆਂ, ਜਿਸ ਤਰ੍ਹਾਂ ਸਾਡਾ ਵਿਲੇਜ ਹੈ, ਬਲੋਕ ਹੈ, ਡਿਸਟ੍ਰਿਕਟ ਹੈ, ਉਸ ਦੇ ਵਿੱਚ ਗੌਰਮੈਂਟ ਹੁੰਦੀ। ਹੁਣ ਸਾਡੇ ਕੋਲ ਆ ਜਾਂਦੀ ਅਰਬਨ ਏਰੀਆ, ਸ਼ਹਿਰੀ ਏਰੀਏ ਜੋ ਉਹਨਾਂ ਦੇ ਵਿੱਚ ਗੌਰਮੈਂਟ ਕਿਵੇਂ ਚੁਣੀ ਜਾਂਦੀ ਹੈ। ਟਾਊਨਸ ਮਤਲਬ ਛੋਟੇ ਸ਼ਹਿਰ, ਬਿਗ ਸਿਟੀਜ਼ ਵੱਡੇ ਸ਼ਹਿਰ। ਟਾਊਨਸ ਮਤਲਬ ਕਹਿ ਸਕਦੇ ਹਾਂ ਜੋ ਜਿੱਥੇ ਪੋਪੂਲੇਸ਼ਨ ਤਕਰੀਬਨ 10 ਲੱਖ ਜਾਂ 10 ਲੱਖ ਤੋਂ ਘੱਟ ਹੋਵੇ, ਔਰ ਬਿਗ ਸਿਟੀ ਦੇ ਵਿੱਚ ਪੋਪੂਲੇਸ਼ਨ ਬਹੁਤ ਜ਼ਿਆਦਾ ਹੋਵੇ। ਜੋ ਟਾਊਨਸ ਨੇ, ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਲੈ ਲਈਏ ਬਟਾਲਾ ਸ਼ਹਿਰ ਹੈ। ਬਟਾਲਾ ਸ਼ਹਿਰ ਨੂੰ ਆਪਾਂ ਨਾ ਤਾਂ ਇੱਕ ਵੱਡਾ ਸ਼ਹਿਰ ਕਹਿ ਸਕਦੇ ਹਾਂ ਜੀ, ਨਾ ਹੀ ਇਸ ਨੂੰ ਆਪਾਂ ਪਿੰਡ ਹੀ ਕਹਿ ਸਕਦੇ ਹਾਂ। ਅਜਿਹੇ ਸ਼ਹਿਰ ਜਿਹੜੇ ਉਹਨਾਂ ਨੂੰ ਅਸੀਂ ਟਾਊਨਸ ਕਹਿ ਸਕਦੇ ਹਾਂ। ਇਹਨਾਂ ਦੇ ਵਿੱਚ ਜੋ ਗੌਰਮੈਂਟ ਚੁਣੀ ਜਾਂਦੀ, ਜਿਸ ਤਰ੍ਹਾਂ ਸਾਡੇ ਪਿੰਡਾਂ ਵਿੱਚ ਪੰਚਾਇਤ ਹੁੰਦੀ ਹੈ, ਇਹਨਾਂ ਛੋਟੇ ਸ਼ਹਿਰਾਂ ਵਿੱਚ ਮਿਊਨਸਿਪੈਲਿਟੀਜ਼ ਹੁੰਦੀਆਂ ਹੈ। ਮਿਊਨਸਿਪੈਲਿਟੀ ਦਾ ਹੈੱਡ ਹੁੰਦਾ ਹੈ ਮਿਊਨਸਿਪਲ ਚੇਅਰਪਰਸਨ। ਨੈਕਸਟ ਆ ਜਾਂਦੀ ਹੈ ਸਾਡੇ ਕੋਲ ਬਿਗ ਸਿਟੀਜ਼। ਵੱਡੇ ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਲੀ ਲੋਕਲ ਗੌਰਮੈਂਟ ਹੁੰਦੀ ਹੈ ਮਿਊਨਸਿਪਲ ਕਾਰਪੋਰੇਸ਼ਨ, ਔਰ ਮਿਊਨਸਿਪਲ ਕਾਰਪੋਰੇਸ਼ਨ ਦਾ ਹੈੱਡ ਹੁੰਦਾ ਹੈ ਇੱਕ ਮੇਅਰ। ਜੋ ਵੀ ਹੁਣ 1992 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ, ਉਸ ਅਮੈਂਡਮੈਂਟ ਤੋਂ ਬਾਅਦ ਸਾਡੇ ਕੰਟਰੀ ਦੀਆਂ ਜੋ ਲੋਕਲ ਗੌਰਮੈਂਟ ਸੀ ਰੂਰਲ ਏਰੀਏ ਵਿੱਚ ਔਰ ਅਰਬਨ ਏਰੀਏਸ ਵਿੱਚ, ਇਸ ਵਿੱਚ ਕਾਫੀ ਇੰਪਰੂਵਮੈਂਟ ਹੋਈ ਹੈ। ਐਟ ਏ ਟਾਈਮ ਸਾਡੇ ਕੰਟਰੀ ਵਿੱਚ 36 ਲੱਖ ਇਲੈਕਟਡ ਰਿਪਰੈਜ਼ੈਂਟੇਟਿਵ ਆ ਮਿਊਨਸਿਪਲ ਦੇ ਔਰ ਪੰਚਾਇਤ ਦੇ, ਜੋ ਕਿ ਕਈ ਦੇਸ਼ਾਂ ਦੀ ਜਨਸੰਖਿਆ ਦੇ ਬਰਾਬਰ ਆ। ਮਤਲਬ ਕਹਿਣ ਦਾ ਭਾਵ ਕਿ ਜਿੰਨੇ ਅਸੀਂ ਮੈਂਬਰ ਆਪਣੇ ਪੰਚਾਇਤਾਂ ਦੇ ਜਾਂ ਅਸੀਂ ਮਿਊਨਸਿਪਲ ਕਾਰਪੋਰੇਸ਼ਨ ਦੇ ਚੁਣੇ ਆ, ਇੰਨੀ ਕੁ ਦੇ ਕਈ ਦੇਸ਼ਾਂ ਦੀ ਪਾਪੂਲੇਸ਼ਨ ਹੁੰਦੀ ਆ 36 ਲੱਖ। ਸੋ ਨੈਕਸਟ ਇਹਦੇ ਵਿੱਚ ਆ ਜਾਂਦਾ ਕਿ ਵੂਮੈਨਸ ਜਿਹੜੀਆਂ ਉਹਨਾਂ ਨੂੰ ਵੀ ਕਾਫੀ ਸਹੂਲਤਾਂ ਦਿੱਤੀਆਂ ਗਈਆਂ, ਹੁਣ ਉਹਨਾਂ ਦੀ ਪਾਰਟੀਸਪੇਸ਼ਨ ਵੀ ਇਨਕਰੀਜ਼ ਹੋਈ ਹੈ। ਨੈਕਸਟ ਦੇਅਰ ਆਰ ਸਮ ਪ੍ਰੋਬਲਮਸ ਫੇਸਡ ਬਾਏ ਦਾ ਲੋਕਲ ਗੌਰਮੈਂਟਸ। ਫਸਟ ਇਜ਼ ਇਲੈਕਸ਼ਨ ਟੂ ਗ੍ਰਾਮ ਸਭਾ ਆਰ ਨੋਟ ਹੈਲਡ ਰੈਗੂਲਰਲੀ। ਕਈ ਥਾਂ 'ਤੇ ਗ੍ਰਾਮ ਸਭਾ ਦੀ ਇਲੈਕਸ਼ਨ ਜਿਹੜਾ ਲਗਾਤਾਰ ਹਰ 5 ਸਾਲ ਬਾਅਦ ਨਹੀਂ ਹੁੰਦੀ। ਇਹਨਾਂ ਦੇ ਵਿੱਚ ਰੈਗੂਲਰ ਇਲੈਕਸ਼ਨ ਨਾ ਹੋਣ ਦਾ ਕਾਰਨ ਇੱਕ ਤਾਂ ਉੱਥੋਂ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੋਣ ਦਾ ਕਰਕੇ ਉਹਨਾਂ ਵੱਲੋਂ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ ਜਾਂਦਾ। ਪਰ ਕਈ ਵਾਰੀ ਸਾਡੇ ਸਮਾਜ ਦੇ ਕੁਝ ਕਹਿ ਸਕਦੇ ਹਾਂ ਸ਼ਰਾਰਤੀ ਅਨਸਰ, ਜਾਂ ਕਹਿ ਸਕਦੇ ਹਾਂ ਕੁਝ ਲੋਕ ਜੋ ਇਲੈਕਸ਼ਨ ਦਾ ਵਿਰੋਧ ਕਰਨਾ ਚਾਹੁੰਦੇ ਹਨ, ਉਹਨਾਂ ਵੱਲੋਂ ਇਲੈਕਸ਼ਨ ਦੇ ਟਾਈਮ 'ਤੇ ਕੋਈ ਅਜਿਹੋ ਜਿਹੀ ਸਿਚੁਏਸ਼ਨ ਪੈਦਾ ਕਰ ਦਿੱਤੀ ਜਾਂਦੀ ਹੈ ਜਿਸ ਦੇ ਅਨੁਸਾਰ ਇਲੈਕਸ਼ਨ ਕਰਵਾਉਣੀ ਪੋਸੀਬਲ ਨਹੀਂ ਹੁੰਦੀ, ਜਿਸ ਦਾ ਕਰਕੇ ਲਗਾਤਾਰ ਇਲੈਕਸ਼ਨ ਡਿਲੇ ਕਰ ਦਿੱਤੀ ਜਾਂਦੀ ਹੈ। ਨੈਕਸਟ ਪੁਆਇੰਟ ਆ ਜਾਂਦਾ ਸਾਡੇ ਕੋਲ ਮੋਸਟ ਆਫ ਦਾ ਸਟੇਟ ਗੌਰਮੈਂਟ ਆਰ ਨੋਟ ਟਰਾਂਸਫਰਿੰਗ ਪਾਵਰਸ ਐਂਡ ਰਿਸੋਰਸਿਸ। ਬਹੁਤ ਸਾਰੀਆਂ ਸਟੇਟ ਗੌਰਮੈਂਟਸ ਅਜਿਹੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀਆਂ ਪਾਵਰਸ ਲੋਕਲ ਗੌਰਮੈਂਟਸ ਨੂੰ ਨਹੀਂ ਟਰਾਂਸਫਰ ਕੀਤੀਆਂ, ਅਤੇ ਨਾ ਹੀ ਉਹਨਾਂ ਨੂੰ ਆਮਦਨ ਦੇ ਰਿਸੋਰਸਿਸ ਜਾਂ ਜੋ ਵੀ ਉਹਨਾਂ ਦੇ ਰਿਸੋਰਸਿਸ ਯੂਜ਼ ਕਰਨੇ ਆਪਣੇ ਲੋਕਲ ਏਰੀਆ ਦੇ ਵਿੱਚ ਉਹ ਉਹਨਾਂ ਨੂੰ ਟਰਾਂਸਫਰ ਕੀਤੇ ਹੋਣ। ਸੋ ਇਹ ਕੁਝ ਪ੍ਰੋਬਲਮਸ ਨੇ ਜੋ ਅਜੇ ਵੀ ਲੋਕਲ ਬੋਡੀਜ਼ ਗੌਰਮੈਂਟ ਜੋ ਉਹਨਾਂ ਨੂੰ ਫੇਸ ਕਰਨੇ ਪੈਂਦੇ। ਕਹਿ ਸਕਦੇ ਇਹਦੇ ਵਿੱਚ ਇੰਪਰੂਵਮੈਂਟ ਤਾਂ ਕਾਫੀ ਹੋ ਗਈ ਆ, ਪਰ ਅਜੇ ਵੀ ਜੋ ਇਹਨਾਂ ਦਾ ਸੁਨਹਿਰੀ ਭਵਿੱਖ ਆ, ਸੁਨਹਿਰੀ ਯੁੱਗ ਆ ਲੋਕਲ ਗੌਰਮੈਂਟ ਦਾ, ਉਹਦੇ ਤੱਕ ਪਹੁੰਚਣਾ ਅਜੇ ਕਾਫੀ ਦੂਰ ਆ। ਕਾਫੀ ਲੰਬਾ ਰਸਤਾ ਸਾਨੂੰ ਇਸ ਦੇ ਵਾਸਤੇ ਤੈਅ ਕਰਨਾ ਪਵੇਗਾ। ਸੋ ਦਿਸ ਇਜ਼ ਦਾ second chapter of political science, and today we complete the chapter. And if you have any kind of problem, you can ask me anytime, or if you understand a lesson, make proper notes from NCERT book. Do not follow any other book, and also solve the back side and send the pics of back side and notes to me as hurry as you can send. Thanks. Have a nice day. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।